वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 270। ਕਈ ਹਿੰਦੂ ਸਿੰਘ ਸਜੇ। ਭਾਈ ਮਣੀ ਸਿੰਘ ਦੀ ਸ਼ਹਾਦਤ ਤੋਂ ਪਹਿਲਾਂ ਬਸੰਤ ਪੰਚਮੀ ਸੰਮਤ 1791 ਨੂੰ ਬਾਲਕ ਹਕੀਕਤ ਰਾਏ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਨਾਲ ਹਿੰਦੂਆਂ ਵਿੱਚ ਵੀ ਰੋਗ ਜਾਗ ਪਿਆ। ਕਈ ਦਲੇਰ ਅਤੇ ਅਣਖੀ ਹਿੰਦੂ ਗੱਭਰੂਆਂ ਦੇ ਸੀਨਿਆਂ ਵਿੱਚ ਇਸ ਜ਼ੁਲਮ ਦੇ ਖਿਲਾਫ ਬਦਲੇ ਦਾ ਜੋਸ਼ ਠਾਠਾ ਮਾਰਨ ਲੱਗਾ। ਉਹ ਸਿਰਾਂ ਤੇ ਕਫਨ ਬੰਨ੍ਹ ਕੇ ਘਰਾਂ ਤੋਂ ਨਿਕਲ ਤੁਰੇ ਅਤੇ ਸਿੱਧੇ ਸਿੰਘਾਂ ਦੇ ਜਥਿਆਂ ਵਿੱਚ ਜਾ ਰਲੇ ਅਤੇ ਅੰਮ੍ਰਿਤ ਪਾਨ ਕਰਕੇ ਸਿੰਘ ਸੱਜ ਗਏ ਅਤੇ ਲੱਗੇ ਜ਼ਾਲਮਾਂ ਤੋਂ ਗਿਣ ਬਦਲੇ ਲੈਣ। ਪੰਜਾਬ ਵਿੱਚ ਭਾਰੀ ਰਾਮ ਰੌਲਾ। ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਭਾਈ ਮਣੀ ਸਿੰਘ ਦੀ ਸ਼ਹੀਦੀ ਨੇ ਸਿੰਘਾਂ ਨੂੰ ਪੂਰੀ ਤਰ੍ਹਾਂ ਭੜਕਾ ਦਿੱਤਾ ਸੀ। ਉਹਨਾਂ ਪੰਜਾਬ ਦੇ ਅਮਨ ਨੂੰ ਤਹਿਸ ਨਹਿਸ ਕਰ ਛੱਡਿਆ। ਸਰਕਾਰੀ ਪ੍ਰਬੰਧ ਦੀਆਂ ਧੱਜੀਆਂ ਉਡਾ ਦਿੱਤੀਆਂ। ਐਸੀ ਲੁੱਟਮਾਰ ਆਰੰਭ ਕੀਤੀ ਕਿ ਚਾਰ ਚੁਫੇਰੇ ਬਾਬਲਾ ਪਈ ਹੋਵੇ। ਕਈ ਪਿੰਡਾਂ ਦੇ ਚੌਧਰੀ ਮਾਰ ਮੁਕਾਏ। ਕਈਆਂ ਦੇ ਪਿੰਡ ਲੁੱਟ ਕੇ ਕੰਗਣ ਖਾਰ ਕਰ ਦਿੱਤੇ। ਜ਼ਕਰੀਆ ਖਾਨ ਨੂੰ ਮਾਰਨ ਦੀ ਵਿਉਂਤ। ਭਾਈ ਮਣੀ ਸਿੰਘ ਦੇ ਕਾਤਲ ਮੁਫਤੀ ਅਤੇ ਕਾਜੀ ਨੂੰ ਮਾਰ ਕੇ ਸਿੰਘਾਂ ਦਾ ਗੁੱਸਾ ਠੰਡਾ ਨਹੀਂ ਸੀ ਹੋਇਆ। ਉਹ ਨਵਾਬ ਖਾਂ ਬਹਾਦਰ ਦੀ ਵੀ ਨਾਲ ਹੀ ਅਲਖ ਮੁਕਾਉਣਾ ਚਾਹੁੰਦੇ ਸਨ। ਸਿੱਖਾਂ ਦੇ ਘਾਣ ਲਾਹੁਣ ਵਾਲਾ ਵੱਡਾ ਦੋਸ਼ੀ ਇਹ ਸੀ। ਇਸ ਨੂੰ ਜਿੱਥੇ ਅਤੇ ਜਿਵੇਂ ਹੋ ਸਕੇ ਮਾਰਨ ਦੀਆਂ ਵਿਉਂਤਾਂ ਬਣਾਉਣ ਵਿੱਚ ਖੁੱਭੇ ਹੋਏ ਸਨ। ਪਰ ਔਖੀ ਗੱਲ ਇਹ ਸੀ ਕਿ ਖਾਨ ਬਹਾਦਰ ਕਿਲਿਓਂ ਬਾਹਰ ਹੀ ਨਹੀਂ ਸੀ ਨਿਕਲਦਾ। ਸ਼ਿਕਾਰ ਲਈ ਵੀ ਬਾਹਰ ਨਹੀਂ ਸੀ ਆਉਂਦਾ। ਸਿਰਫ ਇੰਨਾ ਸੀ ਕਿ ਜੁਮੇ ਦੀ ਨਮਾਜ਼ ਲਈ ਹਫ਼ਤੇ ਵਿੱਚ ਇੱਕ ਵਾਰ ਸ਼ਾਹੀ ਮਸੀਤ ਵਿੱਚ ਆਉਂਦਾ ਸੀ ਅਤੇ ਐਨ ਕਿਲੇ ਦੇ ਸਾਹਮਣੇ ਸੀ, ਜੋ ਉਹ ਮਸੀਤ ਵਿੱਚ ਹੀ ਅੜਿੱਕੇ ਆ ਸਕਦਾ ਸੀ। ਸਰਦਾਰ ਕਪੂਰ ਸਿੰਘ ਦੇ ਨਾਲ 2000 ਸਿੰਘ ਤੁਰਕੀ ਲਿਬਾਸ ਪਹਿਨ ਕੇ ਹਰਾ ਝੰਡਾ ਲੈ ਕੇ ਜੁਮੇ ਵਾਲੇ ਦਿਨ ਟਕਸਾਲੀ ਦਰਵਾਜ਼ਿਓਂ ਸ਼ਹਿਰ ਅੰਦਰ ਜਾ ਵੜੇ। ਉਹਨਾਂ ਦੀ ਵਿਉਂਤ ਇਹ ਸੀ ਕਿ ਜਦ ਖਾਨ ਬਹਾਦਰ ਸ਼ੁੱਕਰਵਾਰ ਦਾ ਦਿਨ, ਜੋ ਪਵਿੱਤਰ ਮੰਨਿਆ ਜਾਂਦਾ ਹੈ, ਦੀ ਨਮਾਜ਼ ਪੜ੍ਹਨ ਸ਼ਾਹੀ ਮਸੀਤ ਵਿੱਚ ਆਵੇ ਤਾਂ ਇੱਕੇ ਵਾਰ ਤੱਟ ਫੱਟ ਹੱਲਾ ਕਰਕੇ ਥਾਂ ਤੇ ਹੀ ਕਤਲ ਕਰ ਦਿੱਤਾ ਜਾਵੇ। ਪਰ ਉਸ ਦਿਨ ਖਾਨ ਬਹਾਦਰ ਨਮਾਜ਼ ਪੜ੍ਹਨ ਲਈ ਕਿਲਿਓਂ ਬਾਹਰ ਹੀ ਨਾ ਆਇਆ, ਸੋ ਸਿੰਘਾਂ ਦੇ ਮਨ ਦੀ ਪੂਰੀ ਨਾ ਹੋਈ। ਪਰ ਉਹ ਵੀ ਖਾਲੀ ਹੱਥ ਮੁੜਨ ਵਾਲੇ ਨਹੀਂ ਸਨ। ਆਖਿਰ ਸ਼ਹਿਰ ਦਾ ਟਕਸਾਲੀ ਅਤੇ ਮੋਚੀ ਦਰਵਾਜ਼ੇ ਦਾ ਅੰਦਰਲਾ ਹਿੱਸਾ ਲੁੱਟ ਕੇ ਬਾਹਰ ਨਿਕਲ ਗਏ। ਸਿੰਘਾਂ ਦੀ ਇਸ ਦੀਦਾ ਦਲੇਰੀ ਵਾਲੇ ਕਾਰਨਾਮੇ ਨੇ ਸੂਬੇਦਾਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਜੇ ਨਮਾਜ਼ ਲਈ ਕਿਲਿਓਂ ਬਾਹਰ ਆਉਂਦਾ ਤਾਂ ਉਸ ਨੇ ਲਾਜ਼ਮੀ ਮਾਰੇ ਜਾਣਾ ਸੀ। ਉਸ ਦੀ ਵਧੀ ਸੀ ਜੋ ਸਿੰਘਾਂ ਦੀਆਂ ਤੇਗਾਂ ਹੇਠ ਨਹੀਂ ਆਇਆ। ਜ਼ਿੰਦਗੀ ਤਾਂ ਬਚ ਗਈ, ਪਰ ਗੁੱਸੇ ਨਾਲ ਲੋਹਾ ਲਾਖਾ ਹੋ ਗਿਆ। ਉਸ ਦੀ ਹਿਫਾਜ਼ਤ ਦਾ ਇਹ ਹਾਲ ਗਸ਼ਤੀ ਫੌਜਾਂ ਦਿਆਂ ਅਫਸਰਾਂ, ਮੁਖਬਰਾਂ ਅਤੇ ਇਲਾਕੇ ਦਿਆਂ ਚੌਧਰੀਆਂ ਨੂੰ ਸੱਦ ਕੇ ਕਰੜੇ ਹੱਥੀ ਲਿਆ। ਖੂਬ ਧਮਕਾਇਆ ਕਿ ਜਿਸ ਦੇ ਇਲਾਕੇ ਵਿੱਚ ਕੋਈ ਸਿੰਘ ਨਜ਼ਰ ਆ ਗਿਆ ਤਾਂ ਉਸ ਨੂੰ ਵੀ ਉਹ ਸਜ਼ਾ ਦਿੱਤੀ ਜਾਵੇਗੀ ਜੋ ਸਿੰਘਾਂ ਨੂੰ ਦਿੱਤੀ ਜਾਂਦੀ ਹੈ। ਸਿੰਘਾਂ ਉੱਤੇ ਸਖਤਾਈ ਤਾਂ ਪਹਿਲਾਂ ਹੀ ਹੱਦੋਂ ਵੱਧ ਸੀ, ਪਰ ਇਸ ਕਰੜੇ ਹੁਕਮ ਨੇ ਜ਼ਮੀਨ ਅਸਮਾਨ ਤੱਕ ਹੀ ਪੱਤਾ ਉਹਨਾਂ ਦਾ ਵੈਰੀ ਬਣਾ ਦਿੱਤਾ। ਹਾਲਤ ਇਹ ਬਣੀ ਕਿ ਉਹਨਾਂ ਲਈ ਲਾਹੌਰ ਸਰਕਾਰ ਦੇ ਇਲਾਕੇ ਵਿੱਚ ਰਹਿਣਾ ਔਖਾ ਹੋ ਗਿਆ। ਸਭ ਘਰ ਘਾਟ ਛੱਡ ਕੇ ਸਤਲੁਜ ਦਰਿਆ ਟੱਪ ਗਏ। ਕੁਝ ਮਾਲਵੇ ਵਿੱਚ ਆ ਕੇ ਦਿਨਕਟੀ ਕਰਨ ਲੱਗੇ ਅਤੇ ਕੁਝ ਜੈਪੁਰ, ਜੋਧਪੁਰ, ਬੀਕਾਨੇਰ ਆਦਿ ਰਿਆਸਤਾਂ ਵਿੱਚ ਜਾ ਵੜੇ। ਇਸੇ ਸਮੇਂ ਸਰਦਾਰ ਆਲਾ ਸਿੰਘ ਪਟਿਆਲੀਏ ਦੇ ਪੁੱਤਰਾਂ ਨੇ ਸਰਦਾਰ ਅੱਗੜ ਸਿੰਘ ਦੀ ਜਥੇਦਾਰੀ ਵਿੱਚ ਅੰਮ੍ਰਿਤ ਛਕਿਆ। ਗਸ਼ਤੀ ਫੌਜ ਚੌਧਰੀਆਂ ਨੇ ਮੁਖਬਰਾਂ ਨੇ ਇੰਨਾ ਕਸ ਪਾਇਆ ਕਿ ਮਾਝੇ ਵਿੱਚ ਵੇਖਣ ਨੂੰ ਵੀ ਇੱਕ ਸਿੱਖ ਨਜ਼ਰ ਨਹੀਂ ਸੀ ਆਉਂਦਾ। ਜੇ ਕੋਈ ਇੱਕਾ ਦੁੱਕਾ ਕਿਧਰੇ ਰਹਿ ਵੀ ਗਿਆ ਤਾਂ ਉਹ ਲੁਕ ਛਿਪ ਕੇ ਹੀ ਦਿਨ ਟਪਾਉਂਦਾ ਸੀ। ਜੇ ਕਿਤੇ ਕਿਸੇ ਦਾ ਸ਼ਾਹੀ ਬੰਦਿਆਂ ਨਾਲ ਟਾਕਰਾ ਹੋ ਜਾਂਦਾ ਤਾਂ ਉਹ 100 ਲਾਲਚਾਂ ਜਾਂ ਡਰਾਵਿਆਂ ਤੋਂ ਭੈਭੀਤ ਹੋ ਕੇ ਹਥਿਆਰ ਨਾ ਸੁੱਟਦਾ, ਬਾਹੀਂ ਖੜੀਆਂ ਕਰਕੇ ਕੈਦੀ ਨਾ ਬਣਦਾ, ਸਗੋਂ ਸਨਮੁਖ ਹੋ ਕੇ ਮੈਦਾਨ ਵਿੱਚ ਮਰਦਾਂ ਵਾਂਗ ਲੜ ਕੇ ਕਈਆਂ ਨੂੰ ਮਾਰ ਕੇ ਪੁਰਜਾ ਹੋ ਜਾਂਦਾ। ਇਹ ਸਿੰਘਾਂ ਦੀ ਰੀਤ ਸੀ ਅਤੇ ਉਹਨਾਂ ਦੀ ਅਲੌਕਿਕ ਵਿਲੱਖਣਤਾ। ਕੁਤਬਦੀਨ ਵੱਲੋਂ ਗੁਰਦੁਆਰਾ ਥੰਮ ਸਾਹਿਬ ਸਾੜਨਾ ਸਿੰਘਾਂ ਵੱਲੋਂ ਉਸ ਨੂੰ ਕਰਨੀ ਦਾ ਫਲ। ਜਲੰਧਰ ਦਾ ਨਾਜ਼ਮ ਕੁਤਬਦੀਨ ਬੜਾ ਜਨੂੰਨੀ ਅਤੇ ਹੰਕਾਰਿਆ ਹਾਕਮ ਸੀ। ਇੰਨੀ ਦਿਨੀ ਸੋਢੀ ਵਡਭਾਗ ਸਿੰਘ ਕਰਤਾਰਪੁਰ ਵਿਖੇ ਗੁਰਦੁਆਰਾ ਥੰਮ ਸਾਹਿਬ ਦੀ ਸੇਵਾ ਸੰਭਾਲ ਪੁਜਾਰੀ ਵਜੋਂ ਕਰਦਾ ਸੀ। ਉਹ ਅੰਮ੍ਰਿਤ ਛਕ ਕੇ ਪੰਥ ਵਿੱਚ ਰਲ ਚੁੱਕੇ ਸਨ।
ਪਰ ਰਹਿੰਦੇ ਗੁਰਮੁਖੀ ਬਾਣੇ ਵਿੱਚ ਸਨ। ਰਾਤ ਬਰਾਤੇ ਰਾਠ ਸਿੰਘ ਉਹਨਾਂ ਪਾਸ ਆ ਕੇ ਠਹਿਰ ਜਾਂਦੇ ਅਤੇ ਵਿਸ਼ਰਾਮ ਕਰਕੇ ਸਵੇਰੇ ਆਪਣੇ ਕਿਸੇ ਸ਼ਿਕਾਰ ਮਗਰ ਲੱਗ ਜਾਂਦੇ। ਕਿਸੇ ਮੁਖਬਰ ਨੇ ਕੁਤਬਦੀਨ ਪਾਸ ਜਾ ਚੁਗਲੀ ਕੀਤੀ ਕਿ ਸੋਢੀ ਵਡਭਾਗ ਸਿੰਘ ਸਿੰਘਾਂ ਨੂੰ ਪਨਾਹ ਦਿੰਦਾ ਹੈ ਅਤੇ ਇਹ ਬੜਾ ਵੱਡਾ ਅੱਡਾ ਬਣਦਾ ਜਾਂਦਾ ਹੈ। ਹੁਣੇ ਹੀ ਉਸ ਨੂੰ ਕਾਬੂ ਕਰ ਲਿਆ ਜਾਵੇ, ਨਹੀਂ ਤਾਂ ਰਾਜ ਵਿੱਚ ਬਦਅਮਨੀ ਫੈਲਾਵੇਗਾ। ਕੁਤਬਦੀਨ ਆਪਣੀ ਚੌਖੀ ਫੌਜ ਲੈ ਕੇ ਕਰਤਾਰਪੁਰ ਉੱਤੇ ਆ ਪਿਆ। ਸੋਢੀ ਵਡਭਾਗ ਸਿੰਘ ਮੁਕਾਬਲਾ ਨਾ ਕਰ ਸਕਿਆ ਅਤੇ ਜਾਨ ਬਚਾ ਕੇ ਪਹਾੜਾਂ ਨੂੰ ਨਿਕਲ ਗਿਆ। ਕੁਤਬਦੀਨ ਨੇ ਗੁਰਦੁਆਰੇ ਦੇ ਵਿਹੜੇ ਵਿੱਚ ਗਊ ਹਲਾਲ ਕੀਤੀ। ਫਿਰ ਥੰਮ ਸਾਹਿਬ ਗੁਰਦੁਆਰੇ ਨੂੰ ਵੀ ਸਾੜ ਦਿੱਤਾ। ਕਰਤਾਰਪੁਰ ਪਿੰਡ ਨੂੰ ਬੁਰੀ ਤਰ੍ਹਾਂ ਲੁੱਟ-ਪੁੱਟ ਲਿਆ। ਉੱਥੋਂ ਦਿਆਂ ਕਈ ਨੌਜਵਾਨ ਹਿੰਦੂ ਦੇਵੀਆਂ ਫੜ ਕੇ ਜਲੰਧਰ ਲੈ ਆਇਆ। ਜਦ ਹਿਰਦੇ ਵੇਦਕ ਘਟਨਾ ਦੀ ਖਬਰ ਸਿੰਘਾਂ ਨੂੰ ਪੁੱਜੀ ਤਾਂ ਉਹ ਗੁੱਸੇ ਵਿੱਚ ਭਖ ਕੇ ਤਾਂਬੇ ਵਾਂਗ ਲਾਲ ਹੋ ਗਏ। ਜਥੇਦਾਰ ਬਾਘ ਸਿੰਘ ਨੇ ਇੱਕ ਸਿੰਘ ਨੂੰ ਭੇਸ ਬਦਲ ਕੇ ਜਲੰਧਰ ਭੇਜਿਆ ਕਿ ਉਹ ਕੁਤਬਦੀਨ ਦੇ ਜਲੰਧਰੋਂ ਬਾਹਰ ਆਉਣ ਦੀ ਜਾਣ ਦੀ ਸੂਹ ਰੱਖੇ ਅਤੇ ਸਮੇਂ ਸਿਰ ਸਾਨੂੰ ਦੱਸ ਦੇਵੇ। ਕੁਝ ਸਮਾਂ ਪੈਣ ਤੇ ਉਸਨੇ ਇਤਲਾਹ ਦਿੱਤੀ ਕਿ ਕੁਤਬਦੀਨ ਦੌਰੇ ਤੇ ਕਾਣੇ ਢਿਲਵਾਂ ਵੱਲ ਆ ਰਿਹਾ ਹੈ। ਸਰਦਾਰ ਬਾਘ ਸਿੰਘ ਵੀ ਸ਼ਿਕਾਰ ਦੀ ਉਡੀਕ ਵਿੱਚ ਘਾਤ ਲਾ ਕੇ ਬੈਠਾ ਸੀ। ਕੁਤਬਦੀਨ ਇੱਥੇ ਆ ਕੇ ਅਗਲੇ ਦਿਨ ਸ਼ਿਕਾਰ ਖੇਡਣ ਲਈ ਬਿਆਸ ਦਰਿਆ ਦੀ ਝੱਲ ਵੱਲ ਗਿਆ। ਇੱਧਰ ਹੀ ਬਾਘ ਸਿੰਘ ਆਪਣੇ ਸਿੰਘਾਂ ਨਾਲ ਇਸ ਪਾਜੀ ਨੂੰ ਉਡੀਕ ਰਿਹਾ ਸੀ। ਨਾਜ਼ਮ ਬੇਧਿਆਨਾ ਸਿੰਘਾਂ ਦੇ ਵਲਾਵੇ ਵਿੱਚ ਜਾ ਫਸਿਆ। ਜਦ ਵੇਖਿਆ ਕਿ ਕੁਥਾਂ ਫਸ ਗਿਆ ਹੈ ਤਾਂ ਆਪਣੇ ਸਵਾਰਾਂ ਨੂੰ ਛੱਡ ਕੇ ਪਿਛਾਂਹ ਨੂੰ ਭੱਜਣ ਲੱਗਾ। ਸਰਦਾਰ ਬਾਘ ਸਿੰਘ ਨੇ ਲਲਕਾਰਿਆ, ਕੁਤਬਿਆ, ਜੇ ਪਿਓ ਦਾ ਪੁੱਤ ਹੈ ਤਾਂ ਚਾੜੀ ਭਾਜੀ ਦਾ ਨਿਆਉਂਦਾ ਲੈ ਜਾ। ਗਿੱਦੀ ਨਹੀਂ, ਮਰਦ ਬਣ। ਜਲੰਧਰ ਇੱਥੋਂ ਨੇੜੇ ਨਹੀਂ। ਸਾਰਾ ਟਿੱਲ ਲਾ ਲੈ ਆਪਣਾ, ਦਿਲ ਦੀ ਦਿਲ ਵਿੱਚ ਰਹਿ ਨਾ ਜਾਵੇ। ਅਸਾਂ ਤੈਨੂੰ ਭੱਜਣ ਨਹੀਂ ਦੇਣਾ। ਉਸ ਘੋੜਾ ਛੇੜ ਕੇ ਭੱਜ ਨਿਕਲਣ ਦਾ ਯਤਨ ਤਾਂ ਕੀਤਾ, ਪਰ ਬਾਜ ਮੂਹਰੇ ਬਟੇਰੇ ਦੀ ਕੀ ਵਟਤ। ਸਰਦਾਰ ਬਾਘ ਸਿੰਘ ਨੇ ਆਪਣਾ ਘੋੜਾ ਛੇੜ ਕੇ ਕੁਤਬੇ ਦੇ ਘੋੜੇ ਦੀ ਖੁੱਚ ਆਪਣੀ ਤੇਗ ਨਾਲ ਵੱਢ ਦਿੱਤੀ। ਕੁਤਬਦੀਨ ਘੋੜੇ ਸਮੇਤ ਡਿੱਗ ਪਿਆ। ਸਿੰਘ ਨੇ ਉੱਠਦੇ ਨੂੰ ਦਬੋਚ ਲਿਆ। ਉਸ ਦੇ ਸਵਾਰਾਂ ਉਸ ਨੂੰ ਛੁਡਾਉਣਾ ਚਾਹਿਆ, ਪਰ ਸਭ ਥਾਂ ਤੇ ਮਾਰੇ ਗਏ। ਬਾਘ ਸਿੰਘ ਨੇ ਕੁਤਬਦੀਨ ਨੂੰ ਪੁੱਛਿਆ, ਥੰਮ ਸਾਹਿਬ ਨੂੰ ਸਾੜਨ ਦਾ ਚੇਤਾ ਹੈ ਨਾ? ਨਾਜ਼ਮ ਸਾਹਿਬ ਕੰਨਾਂ ਤੇ ਹੱਥ ਧਰ ਕੇ ਤੌਬਾ ਨਸਤਾਲੀਕ ਪੜ੍ਹਨ ਲੱਗਾ। ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਗਊ ਹਲਾਲ ਅਤੇ ਗੁਰਦੁਆਰਾ ਸਾਹਿਬ ਨੂੰ ਸਾੜਨ ਵਾਲਾ ਪਾਪੀ ਅਤੇ ਦੁਸ਼ਟ ਉਹਨਾਂ ਸਾਹਵੇਂ ਖੜਾ ਸੀ। ਉਹਨਾਂ ਦੀਆਂ ਅੱਖਾਂ ਵਿੱਚ ਲਹੂ ਉਤਰ ਰਿਹਾ ਸੀ। ਹਰ ਇੱਕ ਦੀ ਖਾਹਿਸ਼ ਸੀ, ਸਿੰਘ ਸਾਹਿਬ ਮੈਨੂੰ ਹੁਕਮ ਕਰੇ ਅਤੇ ਮੈਂ ਆਪਣੀ ਤੇਗ ਦੀ ਪਿਆਸ ਇਸ ਦੁਸ਼ਟ ਦੇ ਖੂਨ ਨਾਲ ਬੁਝਾਵਾਂ। ਸਰਦਾਰ ਬਾਘ ਸਿੰਘ ਨੇ ਕਿਹਾ ਕਿ ਇਸ ਨੀਚ ਨੂੰ ਕਤਲ ਨਹੀਂ ਕਰਨਾ, ਇਸ ਨੂੰ ਵੀ ਉਂਝ ਹੀ ਅੱਗ ਵਿੱਚ ਸਾੜਨਾ ਹੈ। ਝਟਪਟ ਜੰਗਲ ਵਿੱਚੋਂ ਲੱਕੜਾਂ ਇਕੱਠੀਆਂ ਕਰਕੇ ਢੇਰ ਲਾਇਆ ਗਿਆ ਅਤੇ ਕੁਤਬਦੀਨ ਨਾਜ਼ਮ ਜਲੰਧਰ ਨੂੰ ਉੱਥੇ ਸੁੱਟ ਕੇ ਅੱਗ ਲਾ ਜਿਉਂਦੇ ਨੂੰ ਸਾੜ ਕੇ ਸਵਾਹ ਕੀਤਾ। ਫਿਰ ਲੱਗਦੇ ਹੱਥ ਜਲੰਧਰ ਉੱਤੇ ਜਾ ਹੱਲਾ ਬੋਲਿਆ ਅਤੇ ਸ਼ਹਿਰ ਦਾ ਬਹੁਤ ਸਾਰਾ ਹਿੱਸਾ ਲੁੱਟ ਲਿਆ। ਕਰਤਾਰਪੁਰੋਂ ਫੜੀਆਂ ਆਈਆਂ ਬੀਬੀਆਂ ਸਭ ਦੁਸ਼ਟਾਂ ਦੇ ਪੰਜਿਆਂ ਵਿੱਚੋਂ ਛੁਡਾ ਕੇ ਘਰੋਂ ਘਰੀ ਪਹੁੰਚਾਈਆਂ। ਜਿਨ੍ਹਾਂ ਇਹਨਾਂ ਨੂੰ ਰੱਖਿਆ ਹੋਇਆ ਸੀ, ਸਭ ਤਲਵਾਰ ਦੇ ਘਾਟ ਉਤਾਰੇ। ਲਾਗਲੇ ਪਿੰਡਾਂ ਦੇ ਮਜ਼੍ਹਬੀਆਂ ਨੂੰ ਸਿੰਘਾਂ ਨੇ ਸੱਦ ਮੰਗਾਇਆ ਅਤੇ ਕਿਹਾ ਕਿ ਰੱਜ ਕੇ ਸ਼ਹਿਰ ਲੁੱਟੋ। ਉਹਨਾਂ ਕਈ ਪੀੜ੍ਹੀਆਂ ਜੋਗਾ ਮਾਲ ਅਸਬਾਬ ਇਕੱਠਾ ਕਰ ਲਿਆ। ਨਾਸਿਰ ਖਾਨ ਜਲੰਧਰੀਆ, ਜੋ ਬੜਾ ਨੀਚ ਅਤੇ ਜ਼ਾਲਮ ਹਾਕਮ ਸੀ, ਉਸ ਦੀ ਲਾਸ਼ ਕਬਰੋਂ ਕਢਵਾਈ ਅਤੇ ਸਾਰੇ ਬਾਜ਼ਾਰ ਉਸ ਨੂੰ ਫਾਂਸੀ ਤੇ ਟੰਗਿਆ। ਫਿਰ ਸੂਰ ਦੇ ਢਿੱਡ ਵਿੱਚ ਲਾਸ਼ ਤੁੰਨ ਕੇ ਉਸ ਨੂੰ ਸੂਰ ਸਮੇਤ ਬਾਜ਼ਾਰਾਂ ਵਿੱਚ ਘੋੜਿਆਂ ਪਿੱਛੇ ਪਾ ਕੇ ਧੂਇਆ ਅਤੇ ਅੰਤ ਨੂੰ ਅੱਗ ਵਿੱਚ ਸੁੱਟ ਕੇ ਫੂਕ ਦਿੱਤਾ। ਇਸ ਪਾਸਿਓਂ ਹਟੇ ਹੀ ਸਨ ਕਿ ਸੂਹ ਮਿਲ ਗਈ ਕਿ ਕੁਝ ਸੁਦਾਗਰ ਦਿੱਲੀ ਦੇ ਬਾਦਸ਼ਾਹ ਦੇ ਸ਼ਾਹੀ ਅਸਤਬਲ ਲਈ ਇਰਾਕ ਅਤੇ ਅਰਬ ਦੇ ਘੋੜੇ ਲੈ ਕੇ ਬਿਆਸ ਉੱਤੇ ਵਜ਼ੀਰ ਦੇ ਪਤਨੋਂ ਪਾਰ ਉਤਰ ਕੇ ਦਿੱਲੀ ਨੂੰ ਜਾਣ ਵਾਲੇ ਹਨ। ਸਿੰਘਾਂ ਨੇ ਝੱਲ ਵਿੱਚ ਹੀ ਜਾ ਘੇਰੇ। ਫੱਕਾ ਫੱਕ ਤਲਵਾਰ ਚੱਲੀ। ਉਹ ਬਚਿਆ ਜੋ ਨੱਸ ਗਿਆ। ਸਭ ਘੋੜੇ ਸਮੇਤ ਪਲਾਣਾ ਅਤੇ ਜੀਨਾਂ ਦੇ ਅਤੇ ਹੋਰ ਸਮਾਨ ਸਿੰਘਾਂ ਕਾਬੂ ਕਰ ਲਏ। ਜੋ ਕੱਲ੍ਹ ਜਥੇ ਵਿੱਚ ਪੈਦਲ ਸਨ, ਅੱਜ ਸੋਹਣੇ ਅਤੇ ਆਲਾ ਨਸਲ ਦੇ ਘੋੜਿਆਂ ਦੇ ਸ਼ਾਹ ਸਵਾਰ ਬਣ ਗਏ। ਇਹ ਤਿੰਨੇ ਘਟਨਾਵਾਂ ਐਡੀ ਛੇਤੀ ਹੋਈਆਂ ਕਿ ਲਾਹੌਰ ਦੀਆਂ ਗਸ਼ਤੀ ਫੌਜਾਂ ਅਲੋਪ ਹੋ ਗਏ। ਸਿੰਘਾਂ ਦੀ ਸੁੰਦਕ ਵੀ ਨਾ ਪਾ ਸਕੀਆਂ।
ਸਿੰਘਾਂ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ। ਇਹ ਉਹ ਸਮਾਂ ਸੀ ਜਦ ਜ਼ਕਰੀਆ ਖਾਨ ਗਵਰਨਰ ਪੰਜਾਬ ਦੇ ਫੌਜੀ ਦਬਾਅ ਕਾਰਨ ਸਿੰਘ ਮਾਝੇ ਦਾ ਇਲਾਕਾ ਛੱਡ ਕੇ ਬਿਆਸ ਦਰਿਆ ਟੱਪ ਕੇ ਦੁਆਬੇ ਮਾਲਵੇ ਵੱਲ ਨਿਕਲ ਗਏ ਸਨ। ਹੁਣ ਦਰਿਆਓਂ ਸੱਜੇ ਪਾਸੇ ਭਾਵ ਅਜੋਕੇ ਲਾਹੌਰ, ਅੰਮ੍ਰਿਤਸਰ, ਕਸੂਰ ਅਤੇ ਗੁਰਦਾਸਪੁਰ, ਬਟਾਲਾ ਆਦਿ ਇਲਾਕਿਆਂ ਵਿੱਚ ਚੁੱਪ ਚਾਂ ਛਾਈ ਹੋਈ ਸੀ। ਕਿਤੇ ਕੋਈ ਰਿਹਾ ਰਵੰਨਾ ਸਿੰਘ ਜੇ ਹੈ ਸੀ ਤਾਂ ਉਹ ਵੀ ਲੁਕ ਛਿਪ ਕੇ ਦਿਨ ਕਟੀ ਕਰ ਰਿਹਾ ਸੀ। ਸ਼੍ਰੀ ਹਰਿਮੰਦਰ ਸਾਹਿਬ ਅਤੇ ਤਰਨ ਤਾਰਨ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਪੂਰੀ ਮਨਾਹੀ ਕੀਤੀ ਹੋਈ ਸੀ, ਪਰ ਅਣਖੀਲੇ ਅਤੇ ਹਠੀਲੇ ਸਿੰਘ ਇਹਨਾਂ ਮਨਾਹੀਆਂ ਨੂੰ ਕਦ ਖਾਤਰ ਵਿੱਚ ਲਿਆਉਂਦੇ ਸਨ। ਹਨੇਰੇ ਸਵੇਰੇ ਜਦ ਵੀ ਮੌਕਾ ਹੱਥ ਆਉਂਦਾ, ਸ਼ਾਮਾਂ ਉੱਤੇ ਪਤੰਗਿਆਂ ਦੇ ਭੁੱਜ ਮਰਨ ਵਾਂਗ ਸਿਰ ਤਲੀ ਤੇ ਧਰ ਕੇ ਆਉਂਦੇ, ਲੱਗੇ ਪਹਿਰਿਆਂ ਦੇ ਬਾਵਜੂਦ ਇਸ਼ਨਾਨ ਕਰਦੇ ਅਤੇ ਫਿਰ ਅਲੋਪ ਹੋ ਜਾਂਦੇ। ਕਈ ਮਾਰੇ ਵੀ ਜਾਂਦੇ। ਆਟੇ ਵਿੱਚ ਲੂਣ ਮਾਤਰ ਹੁੰਦਿਆਂ ਵੀ ਸਿੰਘਾਂ ਨੇ ਆਪਣੇ ਹੱਠ ਅਤੇ ਅਣਖ ਨੂੰ ਵੱਟਾ ਨਹੀਂ ਲੱਗਣ ਦਿੱਤਾ। ਬੋਤਾ ਸਿੰਘ ਅਤੇ ਗਰਜਾ ਸਿੰਘ ਦੀ ਸ਼ਹੀਦੀ। ਲਾਹੌਰੋਂ ਚੜ੍ਹਦੇ ਵਿੱਚ 20 ਕੁ ਮੀਲ 32 ਕਿਲੋਮੀਟਰ ਦੇ ਫਾਸਲੇ ਤੇ ਇੱਕ ਤਕੜਾ ਪਿੰਡ ਪਟਾਣਾ ਹੈ। ਇੱਥੋਂ ਦਾ ਇੱਕ ਜੱਟ ਸਿੱਖ ਸਰਦਾਰ ਬੋਤਾ ਸਿੰਘ, ਇੱਕ ਉਸ ਦਾ ਜੋਟੀਦਾਰ ਸਰਦਾਰ ਗਰਜਾ ਸਿੰਘ ਸਤਲੁਜੋਂ ਪਾਰ ਨਹੀਂ ਸਨ ਗਏ, ਸਗੋਂ ਇੱਧਰ ਮਾਝੇ ਵਿੱਚ ਹੀ ਰਹੇ ਅਤੇ ਲੁਕ ਛਿਪ ਕੇ ਦਿਨ ਬਿਤਾ ਰਹੇ ਸਨ। ਭਾਵੇਂ ਜ਼ਕਰੀਆ ਖਾਨ ਨੇ ਬੜੀ ਹੀ ਕਰੜਾਈ ਕਰ ਛੱਡੀ ਸੀ, ਪਰ ਉਹ ਮੌਕਾ ਪਾ ਕੇ ਰਾਤ ਬਰਾਤੇ ਅੰਮ੍ਰਿਤਸਰ ਅਤੇ ਤਰਨ ਤਾਰਨ ਇਸ਼ਨਾਨ ਕਰਨ ਜਾਇਆ ਕਰਦੇ। ਇੱਕ ਦਿਨ ਉਹ ਇਸ਼ਨਾਨ ਕਰਕੇ ਦਿਨੇ ਸ਼ਹਿਰੋਂ ਲਹਿੰਦੇ ਪਾਸੇ ਦੇ ਜੰਗਲ ਵਿੱਚ ਲੁਕ ਬੈਠੇ ਸਨ ਕਿ ਪਰੇ ਨਾਲ ਹੀ ਰਾਹੇ ਰਾਹ ਲੰਘੇ ਜਾਂਦੇ ਰਾਹੀਆਂ ਦੀਆਂ ਆਪਸੀ ਗੱਲਾਂ ਉਹਨਾਂ ਦੇ ਕੰਨੀ ਪਈਆਂ। ਇੱਕ ਨੇ ਦੂਜੇ ਵੱਲ ਵੇਖ ਕੇ ਆਖਿਆ, "ਉੱਧਰ ਵੇਖ, 2 ਸਿੰਘ ਲੁਕੇ ਬੈਠੇ ਹਨ।" ਦੂਜਾ ਬੋਲਿਆ, "ਹਾਂ, 2 ਜਾਣੇ ਹੈਣ ਤਾਂ ਸਹੀ, ਪਰ ਇਹ ਸਿੰਘ ਨਹੀਂ ਹੋ ਸਕਦੇ।" "ਕਿਉਂ ਸਿੰਘ ਕਿਉਂ ਨਹੀਂ ਹੋ ਸਕਦੇ?" "ਬਣਾ ਕੇ ਵੇਖ, ਲੀੜੇ ਕੱਪੜੇ ਸਿੰਘਾਂ ਵਾਲੇ ਹੀ ਹਨ, ਵਿਚਾਰੇ ਮਰੀਂਦੇ ਲੁਕੇ ਬੈਠੇ ਹਨ।" ਦੂਜੇ ਨੇ ਥੋੜ੍ਹੀ ਜਿਹੀ ਤਿੱਖ ਨਾਲ ਕਿਹਾ, "ਭੋਲਿਆ, ਸਿੰਘ ਕਦੀ ਵੀ ਲੁਕਦੇ ਹਨ। ਜਿੱਥੇ ਵੀ ਹੋਣਗੇ ਬੁੱਕਣਗੇ। ਇਹ ਤਾਂ ਕੋਈ ਗਿੱਦੜ ਹਨ, ਤੂੰ ਪੈਰ ਪੁੱਟੀ ਆ, ਆਪਾਂ ਇਹਨਾਂ ਤੋਂ ਕੀ ਲੈਣਾ? ਹੋ ਸਕਦਾ ਲੀੜੇ ਲਾਹੁਣ ਵਾਲੇ ਲੁਟੇਰੇ ਹੀ ਹੋਣ।" ਰਾਹੀਆਂ ਦੀਆਂ ਬੋਲੀਆਂ ਗੱਲਾਂ ਸਿੰਘਾਂ ਦਾ ਸੀਨਾ ਚੀਰ ਗਈਆਂ। ਖੂਨ ਉਬਾਲੇ ਖਾਣ ਲੱਗਾ। ਦੋਹਾਂ ਗੁਰਮਤਾ ਕੀਤਾ ਕਿ ਹੁਣ ਲੁਕ ਛਿਪ ਕੇ ਜਿਉਣਾ ਧ੍ਰਿਗ ਹੈ। ਕੋਈ ਸਿੰਘਾਂ ਵਾਲਾ ਕਾਰਨਾਮਾ ਕਰਕੇ ਸ਼ਹੀਦੀ ਪਾਈਏ। ਦੋਹਾਂ ਕਿਰਪਾਨਾਂ ਮਾਂਜ ਲਈਆਂ ਅਤੇ ਬੇਰੀ ਦੇ 2 ਮਜ਼ਬੂਤ ਸੋਟੇ ਫੜ ਲਏ ਅਤੇ ਨੂਰਦੀਨ ਦੀ ਸਰਾਂ ਤੇ ਚੜ੍ਹਦੇ ਪਾਸੇ 1.5 ਕੁ ਕਿਲੋਮੀਟਰ ਅੱਗੇ ਹੋ ਕੇ ਲਾਹੌਰ ਵਾਲੀ ਸੜਕ ਤੇ ਖਲੋ ਗਏ ਅਤੇ ਸੜਕੇ ਸੜਕ ਲੰਘਣ ਵਾਲਿਆਂ ਤੋਂ ਆਨਾ ਗੱਡਾ ਅਤੇ ਪੈਸਾ ਖੋਤਾ ਮਹਿਸੂਲ ਉਗਰਾਉਣ ਲੱਗ ਪਏ। ਲੰਘਣ ਵਾਲੇ ਜਗਾਤ ਭਾਵ ਮਹਿਸੂਲ ਦੇਂਦੇ ਅਤੇ ਆਪਣੇ ਰਾਹ ਪੈ ਜਾਂਦੇ, ਪਰ ਅੱਗੋਂ ਚੂੰ ਚਰਾਂ ਕੋਈ ਨਾ ਕਰਦਾ। ਜੇ ਕਿਸੇ ਪੁੱਛਿਆ ਕਿ ਇਹ ਜਗਾਤ ਕਿਹੀ, ਜਵਾਬ ਮਿਲਦਾ ਕਿ ਮੁਗਲ ਰਾਜ ਖਤਮ ਕਰਕੇ ਖਾਲਸਾ ਰਾਜ ਕਾਇਮ ਕੀਤਾ ਗਿਆ। ਇਹ ਖਾਲਸਾ ਰਾਜ ਦੀ ਜਗਾਤ ਹੈ। ਫਿਰ ਵੀ ਕੋਈ ਨਾ ਉਭਾਸਰਦਾ। ਇਸ ਤਰ੍ਹਾਂ ਜਦ 4-5 ਦਿਨ ਲੰਘ ਗਏ ਅਤੇ ਉਹਨਾਂ ਵਿਰੁੱਧ ਕੋਈ ਹਿਲਜੁਲ ਨਾ ਹੋਈ ਤਾਂ ਸਿੰਘਾਂ ਵੱਲੋਂ ਬੇਪਰਵਾਹ ਹੋ ਕੇ ਸੁੱਤੀ ਪਈ ਮੁਗਲ ਸਰਕਾਰ ਨੂੰ ਟੁੰਬ ਜਗਾਉਣ ਲਈ ਬੋਤਾ ਸਿੰਘ ਨੇ ਸੂਬੇਦਾਰ ਖਾਨ ਬਹਾਦਰ ਨੂੰ ਚਿੱਠੀ ਲਿਖੀ। "ਮੈਂ ਹਾਂ ਸਿੰਘ ਬੋਤਾ, ਹੱਥ ਵਿੱਚ ਸੋਟਾ ਮੋਟਾ, ਲਵਾਂ ਜਗਾਤ ਖਲੋਤਾ, ਆਨਾ ਗੱਡਾ ਪੈਸਾ ਖੋਤਾ। ਤੂੰ ਹੈ ਨਲਾਇਕ ਖੋਤਾ, ਤੈਥੋਂ ਰਾਜ ਨਹੀਂ ਹੋਤਾ। ਤੂੰ ਜਾਵੇਂਗਾ ਦਰਗਾਹ ਰੋਤਾ, ਤੂੰ ਆਖੀ ਭਾਬੀ ਖਾਨੋ ਨੂੰ ਤੇਰਾ ਦੇਵਰ ਹੈਗਾ ਸਿੰਘ ਬੋਤਾ।" ਤੇ ਲਾਹੌਰ ਵੱਲ ਜਾਂਦੇ ਸੁਦਾਗਰ ਦੇ ਹੱਥ ਦੇ ਕੇ ਖਾਨ ਬਹਾਦਰ ਪਾਸ ਪਹੁੰਚਾ ਦਿੱਤੀ। ਚਿੱਠੀ ਪੜ੍ਹੀ ਤਾਂ ਨਵਾਬ ਨੂੰ ਸੱਤੀ ਕੱਪੜੀ ਅੱਗ ਲੱਗ ਗਈ। ਉਸੇ ਵੇਲੇ ਫੌਜਦਾਰ ਜਲਾਲੂਦੀਨ ਨੂੰ 100 ਸਵਾਰ ਦੇ ਕੇ ਸਰਦਾਰ ਬੋਤਾ ਸਿੰਘ ਦੇ ਵਿਰੁੱਧ ਚਾੜ੍ਹਿਆ ਅਤੇ ਨਾਲ ਹੀ ਪੱਕੀ ਕੀਤੀ ਕਿ ਬੋਤਾ ਸਿੰਘ ਨੂੰ ਜਿਉਂਦਿਆਂ ਫੜ ਕੇ ਲਾਹੌਰ ਲਿਆਂਦਾ ਜਾਵੇ। ਜਲਾਲੂਦੀਨ ਦਾ ਸਿੰਘਾਂ ਵਿਰੁੱਧ ਚੜ੍ਹ ਕੇ ਆਉਣਾ। ਜਲਾਲੂਦੀਨ ਖਾਨ ਆਪਣੇ 100 ਸਵਾਰ ਲੈ ਕੇ ਮਾਰੋ ਮਾਰ ਕਰਦਾ ਸਿੰਘਾਂ ਪਾਸ ਆ ਪਹੁੰਚਾ ਅਤੇ ਸਿੰਘਾਂ ਨੂੰ ਘੇਰਾ ਪਾ ਲਿਆ। ਇਹੋ ਤਾਂ ਉਹ ਚਾਹੁੰਦੇ ਸਨ। ਸੋ ਦੋਵੇਂ ਸਿੰਘ ਕਮਰ ਕੱਸੇ ਕਰਕੇ ਅੱਗੋਂ ਮੁਕਾਬਲੇ ਲਈ ਡਟ ਖਲੋਤੇ। ਇਹ ਤੱਕ ਕਿ ਫੌਜਦਾਰ ਨੇ ਕਿਹਾ, "ਮੇਰਾ ਮੁਕਾਬਲਾ ਕਰਕੇ ਤੁਹਾਨੂੰ ਕੋਈ ਨਫਾ ਨਹੀਂ ਹੋਣਾ।
ਮੇਰੇ 100 ਬਹਾਦਰਾਂ ਅੱਗੇ ਤੁਹਾਡਾ ਕੀ ਵੱਟੀ ਦਾ ਹੈ। ਕਿੰਨਾ ਕੁ ਚਿਰ ਭਲਾ ਅੜੋਗੇ, ਅਜਾਈ ਮੌਤ ਨਾ ਵਿਹਾਜੋ। ਮੇਰੀ ਮੰਨੋ ਤਾਂ ਹਥਿਆਰ ਸੁੱਟ ਕੇ ਈਨ ਮੰਨ ਲਵੋ। ਜੋ ਪੈਸਾ ਇਕੱਠਾ ਕੀਤਾ ਹੈ ਬੰਨ ਕੇ ਸਿਰ ਤੇ ਧਰ ਲਵੋ ਅਤੇ ਅੱਗੇ ਲੱਗ ਤੁਰੋ। ਨਵਾਬ ਖਾਨ ਬਹਾਦਰ ਸਾਹਿਬ ਬਹੁਤ ਮਿਹਰਬਾਨ ਹਨ, ਉਸ ਪਾਸੋਂ ਮੁਆਫੀ ਲੈ ਦਿਆਂਗਾ। ਉੱਤਰ ਵਿੱਚ ਸਰਦਾਰ ਬੋਤਾ ਸਿੰਘ ਨੇ ਗਰਜ ਕੇ ਆਖਿਆ ਕਿ ਅਸੀਂ ਸਿੰਘਾਂ ਸੂਰਮਿਆਂ ਵਾਂਗ ਰਣ ਵਿੱਚ ਪੁਰਜਾ ਪੁਰਜਾ ਹੋ ਕੇ ਮਰਨ ਲਈ ਨਿਤਰੇ ਹਾਂ ਅਤੇ ਮਾਫੀ ਮੰਗ ਕੇ ਗੀਦੀਆਂ ਪਾਜੀਆਂ ਵਾਂਗ ਜਿਉਣਾ ਵੱਡੀ ਲਾਹਨਤ ਸਮਝਦੇ ਹਾਂ। ਮੁਗਲਾਂ ਅੱਜ ਤੱਕ ਸਾਡਾ ਤਾਣ ਲਾ ਲਿਆ ਹੈ ਸਿੰਘਾਂ ਉੱਤੇ ਜ਼ੁਲਮ ਢਾਉਣ ਵਿੱਚ, ਪਰ ਕਦੀ ਸੁਣਿਆ ਏ ਕਿ ਕਿਸੇ ਇੱਕ ਵੀ ਸਿੰਘ ਨੇ ਤੇਰੇ ਨਵਾਬ ਤੋਂ ਮਾਫੀ ਮੰਗੀ ਹੋਵੇ। ਇਸ ਸਬਕ ਕਿਸੇ ਹੋਰ ਨੂੰ ਦੇ। ਤੂੰ ਸਾਡੇ ਤੇ ਚੜ੍ਹ ਕੇ ਆਇਆ ਹੈ ਅਤੇ ਜੇ ਸਿੰਘਾਂ ਦੀ ਬਹਾਦਰੀ ਦੇ ਜਲਵੇ ਵੇਖਣਾ ਚਾਹੁੰਦਾ ਏ ਤਾਂ ਸਾਡੇ ਦੋਹਾਂ ਦੇ ਟਾਕਰੇ ਉੱਤੇ ਆਪਣੇ 5-5 ਸਿਪਾਹੀ ਮੈਦਾਨ ਵਿੱਚ ਕੱਢੀ ਚੱਲ। ਲੜਾਈ ਅਤੇ ਸਿੰਘਾਂ ਦੀ ਸ਼ਹੀਦੀ। ਫੌਜਦਾਰ ਨੇ ਬੋਤਾ ਸਿੰਘ ਦੀ ਵੰਗਾਰ ਸੁਣੀ ਤਾਂ ਕ੍ਰੋਧ ਨਾਲ ਭਖ ਉੱਠਿਆ। ਉਸਨੂੰ ਆਪਣੇ ਸੂਰਮਿਆਂ ਉੱਤੇ ਬੜਾ ਮਾਣ ਸੀ। ਉਸਨੇ ਝੱਟ ਆਪਣੇ 4 ਚੋਣਵੇਂ ਸਿਪਾਹੀ ਮੈਦਾਨ ਵਿੱਚ ਕੱਢੇ। ਇਹ ਹੱਥੀਂ ਤਲਵਾਰਾਂ ਲੈ ਕੇ ਯਾ ਅਲੀ ਦੇ ਨਾਅਰੇ ਮਾਰਦੇ ਸਿੰਘਾਂ ਵੱਲ ਵਧੇ। ਜਲਾਲੂਦੀਨ ਅਤੇ ਉਸ ਦੇ ਬਾਕੀ ਸਵਾਰ ਘੋੜਿਆਂ ਤੇ ਚੜ੍ਹੇ ਹੋਏ ਲੜਾਈ ਦਾ ਨਜ਼ਾਰਾ ਵੇਖਣ ਲੱਗੇ ਕਿ ਉਹਨਾਂ ਸਿੰਘ ਹੁਣ ਮਾਰੇ ਕੀ ਮਾਰੇ। ਸਿੰਘਾਂ ਨੇ ਅੱਗੋਂ ਸੋਟਿਆਂ ਨਾਲ ਹੀ ਚਾਰੇ ਚਿੱਪ ਕੇ ਢੇਰੀ ਕਰ ਸੁੱਟੇ। ਐਤਕੀ 5 ਆਏ ਅਤੇ ਇਹਨਾਂ ਦਾ ਹਸ਼ਰ ਪਹਿਲਿਆਂ ਵਾਲਾ ਹੀ ਹੋਇਆ। ਸੋਟੀਆਂ ਤਲਵਾਰਾਂ ਨਾਲ ਲੜਾਈ ਹੋ ਰਹੀ ਸੀ। ਜਦ ਅਗਲੇ 5 ਕੁ ਹੋਰ ਸਿੰਘ ਆਏ ਤਾਂ ਸਿੰਘਾਂ ਤਲਵਾਰਾਂ ਧੂ ਲਈਆਂ ਅਤੇ ਚੱਲੀਆਂ ਫੱਕਾ ਫੱਕ। ਇਹ ਵੀ ਸਾਥੀਆਂ ਦੇ ਪਿੱਛੇ ਪਿੱਛੇ ਕਬਰਾਂ ਦੇ ਰਾਹ ਪਏ। ਜਦ ਜਲਾਲੂਦੀਨ ਨੇ ਹਰ ਵਾਰ ਆਪਣੇ ਜਵਾਨ ਸਿੰਘਾਂ ਹੱਥੋਂ ਢੇਰੀ ਹੁੰਦੇ ਵੇਖੇ ਤਾਂ ਉਸ ਦਾ ਮੱਥਾ ਠਣਕਿਆ। ਜ਼ਖਮ ਤਾਂ ਸਿੰਘਾਂ ਨੂੰ ਵੀ ਆਏ ਸਨ, ਪਰ ਉਹਨਾਂ ਪਰਵਾਹ ਹੀ ਨਹੀਂ ਕੀਤੀ। ਅੱਗੇ ਨਾਲੋਂ ਦੂਣ ਸਵਾਏ ਹੋ ਗਾਈਦੇ ਸਨ ਅਤੇ ਲਲਕਾਰਾਂ ਮਾਰਦੇ ਸਨ ਫੌਜਦਾਰ ਨੂੰ ਕਿ ਬਸ ਹੈਸ ਤਰ੍ਹਾਂ ਹੀ 5-5 7-7 ਕਰਕੇ ਕੱਢੀ ਆ ਆਪਣੇ ਗਾਜੀ। ਅਸੀਂ ਵੀ ਚਰੋਕਣੇ ਸ਼ਸਤਰ ਮਾਂਜ ਕੇ ਉਡੀਕਦੇ ਪਏ ਸਾਂ। ਮਸਾਂ ਹੀ ਮੌਕਾ ਹੱਥ ਆਇਆ ਹੈ। ਆ ਖਾਨਾ ਅੱਜ ਕਰ ਲਈਏ ਦਿਲ ਦੀਆਂ। ਫੌਜਦਾਰ ਦੇ ਚੋਣਵੇਂ ਸਿਪਾਹੀ ਧਰਤੀ ਤੇ ਹੀ ਪਏ ਸਨ। ਕੁਝ ਕੁ ਤੜਫ ਰਹੇ ਸਨ। ਹੋਰ ਜੋ ਨਿਕਲਣਗੇ ਉਹਨਾਂ ਦਾ ਵੀ ਹਾਲ ਇਹੋ ਹੀ ਹੋਵੇਗਾ। ਕਿਉਂ? ਤਨਖਾਹਦਾਰ ਬੰਦਿਆਂ, ਜਿਨ੍ਹਾਂ ਦਾ ਨਿਸ਼ਾਨਾ ਪੈਸਾ ਸੀ, ਨੇ ਸਿਰ ਲੱਥ ਸੂਰਮਿਆਂ ਅੱਗੇ ਕੀ ਅੜਨਾ ਸੀ। ਆਪਣੇ ਜਵਾਨਾਂ ਦਾ ਹੋਇਆ ਹਸ਼ਰ ਵੇਖ ਕੇ ਫੌਜਦਾਰ 5-5 ਕੱਢ ਕੇ ਸਿੰਘਾਂ ਹੱਥੋਂ ਮੌਤ ਦੇ ਮੂੰਹ ਵਿੱਚ ਧੱਕਣ ਤੋਂ ਬਾਜ਼ ਆਇਆ ਅਤੇ ਸਾਰੀ ਫੌਜ ਨੂੰ ਇਕੱਠਾ ਕਰਕੇ ਇੱਕ ਵਾਰ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਬਸ ਫੇਰ ਗੂੰਜੇ ਇੱਕਦਮ ਯਾ ਅਲੀ ਦੇ ਨਾਅਰੇ। ਫਿਰ ਵੀ ਸਿੰਘ ਘਬਰਾਏ ਨਹੀਂ। ਉਹਨਾਂ ਉੱਤੇ ਚਫੇਰਿਓਂ ਵਾਰ ਹੋਣ ਲੱਗੇ। ਦੋਹਾਂ ਸਿੰਘਾਂ ਪਿੱਠਾਂ ਜੋੜ ਲਈਆਂ। ਤੀਰਾਂ ਦੀ ਬਛਾੜ ਹੋਈ। ਉਹ ਵੀ ਅੱਗੋਂ ਵੱਜੇ ਤੀਰ ਆਪਣੇ ਸਰੀਰਾਂ ਚੋਂ ਪੁੱਟ ਕੇ ਪਰਾਂ ਵਗਾਹ ਮਾਰਦੇ ਸਨ ਅਤੇ ਕਹਿੰਦੇ ਸਨ, ਆਹ ਤੁਹਾਡੇ ਤੀਰ ਹਨ। ਰਤਨ ਸਿੰਘ ਭੰਗੂ ਇਸ ਅਸਾਵੀਂ ਲੜਾਈ ਨੂੰ ਇੰਜ ਬਿਆਨ ਕਰਦਾ। ਚੌਪਈ। ਤੁਰਕ ਜਿੰਦ ਕੋ ਚਹਿ ਬਚਾਈ, ਸਿੰਘਣ ਚਿੰਤਾ ਜਿੰਦ ਨਾ ਕਾਈ। ਜਿਧਰੋਂ ਸ਼ਸਤਰ ਤੁਰਕਣ ਆਵੇ, ਸਿੰਘਾਂ ਸੂ ਦੌੜ ਉਤਾਂਹ ਵੱਲ ਧਾਵੇ। ਪਹੁੰਚ ਸੂ ਤਰਕਣ ਸ਼ਸਤਰ ਲਗਾਵੇ, ਆਪਣੇ ਨਾਹ ਸਰੀਰ ਬਚਾਵੇ। ਤੁਰਕਣ ਤੇ ਨਿਜ ਸਰੀਰ ਚਰਾਵੇ, ਲਗੇ ਸ਼ਸਤਰ ਤਨ ਖੁਸ਼ੀਆਂ ਆਵੇ। ਸੋਚੀ ਖੇਲ ਖੇਲੇ ਜਨ ਸਿੰਘ, ਭਰੇ ਛੋਟੀ ਕਤ ਲੰਬੀ ਡਿੰਗ। ਤੁਰਕ ਵੀ ਹੱਲਾ ਕਰ ਕਰ ਮਾਰੇ, ਮਾਰ ਘੋੜਨ ਚਹਿ ਫੇਟਣ ਡਾਰੇ। ਦੋਹਰਾ। ਚਾਮ ਮਾਸ ਸ਼ਸਤਰ ਲਗੇ ਤੇ ਸਿੰਘ ਮਾਨੇ ਨਾਹੀਂ। ਹਾਂਡ ਲਗੇ ਤਬ ਬਲ ਘਟੋ ਤਬ, ਸਿੰਘ ਕੁਛ ਕੁ ਥਕਾਹੀਂ। ਚੌਪਈ। ਤੀਰ ਲਗੇ ਸਿੰਘ ਪੱਟ ਸਿਆਵੇ, ਤੁਰਕਣ ਕੋ 100 ਅੱਖੀਂ ਦਿਖਾਵੇ। ਸਿੰਘ ਕਹੇ ਧ੍ਰਿਗ ਤੁਮਰੇ ਤੀਰ, ਹਮਰੋ ਚੀਰ ਨ ਸਕੇ ਸਰੀਰ। ਤਬ ਲਾਗੇ ਤਲਵਾਰ ਚਲਾਣ, ਸਿੰਘ ਸੋਟੋਂ ਸੋ ਰੋਕੇ ਤਾਣ। ਦੋਉਣ ਸਿੰਘਣ ਲਈ ਪਿੱਠ ਜੋੜ, ਸੋਟਣ ਸੋ ਦਏ ਘੋੜੇ ਮੋੜ। ਦੋਹਰਾ। ਘੋੜੇ ਛੱਡ ਪਿਆਦੇ ਭਏ ਡਾਹੇ, ਆਗੇ ਢਾਲ। ਸੋਟਣ ਸੋ ਉਨ ਢਾਲ ਕੋ ਕੀਨੋ ਬੁਰੋ ਹਵਾਲ।
ਜਦ ਤੀਰਾਂ ਤਲਵਾਰਾਂ ਸੋਟੀਆਂ ਦੀ ਲੜਾਈ ਵਿੱਚ ਤੁਰਕਾਂ ਦੇ ਸਿੰਘ ਕਾਬੂ ਨਾ ਆਏ ਤਾਂ ਜਲਾਲੂਦੀਨ ਖਾਨ ਨੇ ਬੰਦੂਕਾਂ ਭਰ ਕੇ ਸਿੰਘਾਂ ਉੱਤੇ ਦਾਗਣ ਦਾ ਹੁਕਮ ਦਿੱਤਾ। ਨਾਲੇ ਹੱਲਾਸ਼ੇਰੀ ਦਿੱਤੀ ਕਿ ਹੁਣ ਤਾਂ ਦੋਵੇਂ ਡਾਢੇ ਘਾਇਲ ਹੋ ਚੁੱਕੇ ਹਨ, ਜੇ ਜਿਉਂਦੇ ਨਹੀਂ ਫੜੇ ਜਾਂਦੇ ਤਾਂ ਗੋਲੀਆਂ ਨਾਲ ਹੱਡ ਲੱਤਾਂ ਬਾਹੀਂ ਤੋੜ ਸੁੱਟੋ। ਲੱਗੀਆਂ ਫੇਰ ਭਰ ਭਰ ਬੰਦੂਕਾਂ ਦੱਗਣ। ਤੋ ਤੁਰਕਣ ਬੰਦੂਕ ਸੰਭਾਰੀ, ਲਾਵੇ ਸਿੰਘਣ ਗੋਲੀ ਬਾਰੀ। ਜਹਾਂ ਲੱਗੇ ਹੱਡ ਦੇਵੇ ਤੋੜ, ਸੋਟੇ ਲਾਵੇ ਹੱਥ ਦੈ ਫੋੜ। ਸਿੰਘ ਸੋਟੇ ਹੱਥ ਖੱਬੇ ਫੜੇ, ਮਾਰ ਬੰਦੂਕਣ ਲੰਗੜੇ ਕਰੇ। ਜਬ ਸਿੰਘਣ ਕੀ ਟੰਗ ਦਈ ਤੋੜ, ਕਹੇ ਸਿੰਘਣ ਅਬ ਮਿਲੋ ਹੱਥ ਜੋੜ। ਤੁਮਰੀ ਅਬ ਹਮ ਬਖਸ਼ੀ ਜਾਨ, ਰਖੇ ਤੁਮੇ ਕਰ ਮੁਸਲਮਾਨ। ਜਦ ਸੱਜੀ ਬਾਂਹ ਅਤੇ ਲੱਤ ਪੈਰ ਟੁੱਟ ਗਏ ਤਾਂ ਇੱਕੋ ਲੱਤ ਤੇ ਲੰਡੀ ਤੋਰ ਹੀ ਖੱਬੇ ਹੱਥ ਸ਼ਸਤਰ ਲੈ ਕੇ ਲੜਨ ਲੱਗੇ। ਸੁਣੋ ਭੰਗੂ ਜੀ ਕੀ ਦੱਸਦੇ ਹਨ। ਦੋਹਰਾ। ਸਿੰਘ ਉਠੇ ਇੱਕ ਟੰਗ ਸਿਉ, ਇੱਕ ਟੰਗਣ ਕੀ ਤੋਰ। ਖਾਇਓ ਵੱਤ ਕਰਲਾ ਕਰੇ, ਮਾਰ ਸੋਟਣ ਸਿਰ ਦਿਓ ਫੋੜ। ਤੋ ਊਹਾਂ ਸਿੰਘ ਜਾ ਡਿਗੇ, ਗੋਡਣ ਕੂਨ ਉਤੇ ਵਲ ਗਏ। ਸਿੰਘ ਊਨ ਤੇ ਮੁੜੀ ਨ ਆਂਖ, ਐਸੇ ਗਏ ਬੜੇ ਹਮ ਆਖ। ਦੋਹਰਾ। ਅੱਖਾਂ ਤਾਂ ਸੋਈ ਮੋੜੇ, ਜਿਸ ਚਿਤ ਕਿਛ ਸੰਕਾਏ। ਜਿਨ ਜੀਵਨ ਆਸਾ ਤੇਜੀ, ਨਹਿ ਵਾਹੇ ਆਂਖ ਚੁਰਾਏ। ਸਨਮੁਖ ਸੂਰੇ ਭਿੜਤ ਹੈ, ਆਖਣ ਆਂਖ ਮਿਲਾਏ। ਲਾਲੀ ਮੁਖ ਭੁਜ ਫਰਕ ਹੈ, ਮੁਖ ਤਲਵਾਰਾਂ ਖਾਏ। ਚੌਪਈ। ਟੁਕ ਟੁਕ ਸੋ ਤੁਰਕਣ ਕਰੇ, ਮਤ ਸਿੰਘ ਫੇਰ ਨਾ ਹੋਵੇ ਖਰੇ। ਇਸ ਬਿਧ ਸਿੰਘਣ ਸ਼ਹੀਦੀ ਪਾਈ, ਧੰਨ ਮਾਤਾ ਧੰਨ ਪਿਤਾ ਉਸ ਭਾਈ। ਜਾਏ ਰਲੇ ਵੋ ਸ਼ਹੀਦਨ ਡੇਰੇ, ਪੀਰ ਪਿਗੰਬਰ ਫੜ ਜਿਨ ਘੇਰੇ। ਜਦ ਦੋਹਾਂ ਦੀਆਂ ਦੋਵੇਂ ਲੱਤਾਂ ਗੋਲੀਆਂ ਮਾਰ ਕੇ ਤੋੜ ਦਿੱਤੀਆਂ, ਸਿੰਘ ਗੋਡਿਆਂ ਪਰਨੇ ਹੋ ਕੇ ਖੱਬੇ ਹੱਥ ਵਿੱਚ ਫੜੇ ਸੋਟੀਆਂ ਅਤੇ ਤਲਵਾਰਾਂ ਨਾਲ ਲੜਦੇ ਰਹੇ। ਗੋਲੀਆਂ ਅੱਗੇ ਕੀ ਵਾਹ ਸੀ। ਉਧਰ ਸਿਪਾਹੀਆਂ ਨੇ ਛਾਤੀਆਂ ਅਤੇ ਸਿਰਾਂ ਵਿੱਚ ਗੋਲੀਆਂ ਮਾਰ ਕੇ ਦੋਹਾਂ ਨੂੰ ਸ਼ਹੀਦ ਕਰ ਦਿੱਤਾ। ਸਿਪਾਹੀਆਂ ਦੇ ਦਿਲਾਂ ਤੇ ਐਸੀ ਦਹਿਸ਼ਤ ਬੈਠ ਗਈ ਕਿ ਸ਼ਹੀਦ ਹੋਇਆਂ ਸਿੰਘਾਂ ਦੇ ਵੀ ਲਾਗੇ ਕਾਫੀ ਦੇਰ ਤੱਕ ਨਾ ਢੁੱਕਣ। ਮਤੇ ਸਿੰਘ ਫੇਰ ਉੱਠ ਖਲੋਣ। ਜਦ ਤਸੱਲੀ ਹੋ ਗਈ ਤਾਂ ਉਹਨਾਂ ਆਪਣੇ ਮਾਰੇ ਗਏ ਸਾਥੀਆਂ ਦਾ ਗੁੱਸਾ ਕੱਢਦਿਆਂ ਦੋਹਾਂ ਸੂਰਮਿਆਂ ਦੇ ਤਲਵਾਰਾਂ ਨਾਲ ਸੈਂਕੜੇ ਟੋਟੇ ਕਰ ਸੁੱਟੇ, ਮਾਨੋ ਕੀਮਾ ਹੀ ਬਣਾ ਦਿੱਤਾ। ਸਿੰਘਾਂ ਨੂੰ ਵੱਜੀ ਬੋਲੀ ਦਾ ਦਾਗ ਆਪਣੇ ਖੂਨ ਨਾਲ ਧੋ ਕੇ ਸੁਰਖਰੂ ਹੋ ਆਪਣੇ ਸ਼ਹੀਦ ਵੀਰ ਬਹਾਦਰਾਂ ਸਿੰਘਾਂ ਵਿੱਚ ਜਾ ਬਿਰਾਜੇ। 30 ਤੋਂ ਵੱਧ ਫੌਜਦਾਰ ਜਲਾਲੂਦੀਨ ਦੇ ਬੰਦੇ ਮਾਰੇ ਗਏ। ਇਸ ਸਾਕੇ ਨੇ ਸਾਰੇ ਦੇਸ਼ ਵਿੱਚ ਤਰਥੱਲੀ ਮਚਾ ਦਿੱਤੀ। ਸਿੱਖ ਸਪਿਰਿਟ ਦਾ ਸਰੋਤ। ਸਿੰਘਾਂ ਵਿੱਚ ਇਸ ਅਦੁੱਤੀ ਸਪਿਰਿਟ ਦਾ ਸਰੋਤ ਦਸ਼ਮੇਸ਼ ਜੀ ਦਾ ਖੰਡੇ ਬਾਟੇ ਦਾ ਅੰਮ੍ਰਿਤ ਹੈ। ਇਹ ਦਾਤ ਪਾ ਕੇ ਗੁਰੂ ਮਹਾਰਾਜ ਦੇ ਪੰਥ ਨੂੰ ਉਜਾਗਰ ਅਤੇ ਆਬਦਾਰ ਰੱਖਣ ਵਾਸਤੇ ਜਦ ਵੀ ਸਮੇਂ ਨੇ ਵੰਗਾਰ ਪਾਈ, ਸਿੰਘਾਂ ਅਜਿਹੇ ਅਨੇਕਾਂ ਕਾਰਨਾਮੇ ਕਰ ਵਿਖਾਏ ਅਤੇ ਉਹਨਾਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ। ਉਹ ਆਪਣੀਆਂ ਜਾਨਾਂ ਨੂੰ ਪੰਥ ਦੀ ਅਮਾਨਤ ਸਮਝਦੇ ਸਨ। ਜਦ ਵੀ ਹਰਫ ਆਉਂਦਾ ਦਿਸਿਆ, ਅਣਖ ਨੂੰ ਵੱਟਾ ਲੱਗਦਾ ਨਜ਼ਰ ਆਇਆ, ਉਹ ਸਨਮੁਖ ਹੋ ਕੇ ਜੂਝੇ ਅਤੇ ਪੰਥ ਦੀ ਆਣ ਸ਼ਾਨ ਅਤੇ ਚੜ੍ਹਦੀ ਕਲਾ ਦੀ ਸ਼ਮਾ ਉੱਤੇ ਪਰਵਾਨਿਆਂ ਵਾਂਗ ਭੁੱਜ ਮਰੇ। ਅਸਲ ਗੱਲ ਇਹ ਹੈ ਕਿ ਉਹ ਜਿਉਂਦੇ ਹੀ ਕੇਵਲ ਮਰਦਾਂ ਵਾਂਗ ਮਰਨ ਵਾਸਤੇ ਸਨ। ਮੌਤ ਦਾ ਉਹਨਾਂ ਕਦੇ ਭਉ ਹੀ ਨਹੀਂ ਸੀ ਮੰਨਿਆ। ਜ਼ਿੰਦਗੀ ਦੀ ਲਾਲਸਾ ਰੱਖਣ ਵਾਲਾ ਉਹਨਾਂ ਦੇ ਮਾਰਗ ਤੇ ਨਹੀਂ ਸੀ ਚੱਲ ਸਕਦਾ। ਅੰਮ੍ਰਿਤ ਛਕ ਕੇ ਉਹ ਹੀ ਸਿੰਘ ਸਜਦਾ ਸੀ ਜਿਸ ਨੇ ਦੇਸ਼ ਧਰਮ ਦੀ ਖਾਤਰ ਸਨਮੁਖ ਹੋ ਕੇ ਮਰਨਾ ਕਬੂਲਿਆ ਹੋਵੇ। ਇਹ ਮਾਰਗ ਅਖਤਿਆਰ ਕਰਕੇ ਅੰਮ੍ਰਿਤ ਛਕਣ ਵਾਲਿਆਂ ਨੇ ਤਾਂ ਸਮਝਣਾ ਹੀ ਸੀ, ਸਗੋਂ ਉਹਦੇ ਘਰ ਦੇ ਜੀਅ ਵੀ ਇਹ ਸਮਝ ਲੈਂਦੇ ਸਨ ਕਿ ਪੰਥ ਦੀ ਖਾਤਰ ਮਰਦਾਂ ਵਾਂਗ ਮਰਨ ਵਾਸਤੇ ਹੀ ਇਹ ਸਿੰਘ ਸਜਿਆ ਹੈ। ਉਹਨਾਂ ਵਕਤ ਵਿੱਚ ਤਾਂ ਮਾਵਾਂ ਵੀ ਅੰਮ੍ਰਿਤਧਾਰੀ ਪੁੱਤਰ ਸੰਬੰਧੀ ਇੱਕ ਵਿਸ਼ੇਸ਼ ਉੱਤਰ ਦਿੰਦੀਆਂ। ਜੇ ਕੋਈ ਇੱਕ ਔਰਤ ਦੂਸਰੀ ਸਿੱਖ ਔਰਤ ਨੂੰ ਪੁੱਛਦੀ, ਤੇਰੇ ਕਿੰਨੇ ਪੁੱਤਰ ਹਨ, ਤਾਂ ਉਹ ਜਵਾਬ ਦਿੰਦੀ ਕਿ 4 ਸਨ,
ਪਰ ਇੱਕ ਨੇ ਅੰਮ੍ਰਿਤ ਛਕ ਲਿਆ ਹੈ, ਸਿੰਘ ਸੱਜ ਗਿਆ ਹੈ। ਇਸ ਦਾ ਸਪਸ਼ਟੀਕਰਨ ਭਾਵ ਇਹ ਹੈ ਕਿ ਉਸ ਕਰੜੇ ਦੌਰ ਵਿੱਚ ਸਿੰਘ ਬਣਨਾ ਸਿੱਧਾ ਮੌਤ ਦੇ ਮੂੰਹ ਪੈਣ ਬਰਾਬਰ ਸੀ। ਪਰ ਅਸ਼ਕੇ ਉਹਨਾਂ ਸੂਰਮਿਆਂ ਦੇ ਜੋ ਅਡੋਲ ਨਿਸ਼ਚੇ ਨਾਲ ਅੰਮ੍ਰਿਤ ਛਕ ਕੇ ਪੰਥ ਦੀ ਖਾਤਰ ਵੱਧ ਕੇ ਮੌਤ ਦੇ ਗਲੇ ਲੱਗਦੇ ਰਹੇ। ਅਸਲ ਵਿੱਚ ਇਹੋ ਹੀ ਸਿੱਖੀ ਦਾ ਸੁਨਹਿਰੀ ਯੁੱਗ ਸੀ। ਨਾਦਰ ਸ਼ਾਹ ਦਾ ਹਮਲਾ, ਦਿੱਲੀ ਦੀ ਲੁੱਟ ਅਤੇ ਕਤਲਾਮ। ਨਾਦਰ ਸ਼ਾਹ ਅਫਗਾਨਿਸਤਾਨ, ਜੋ ਉਸ ਸਮੇਂ ਹਿੰਦੁਸਤਾਨ ਦਾ ਇੱਕ ਪ੍ਰਾਂਤ ਸੀ, ਨੂੰ ਜਿੱਤ ਕੇ ਸਿੰਧ ਦਰਿਆ ਟੱਪਿਆ। ਉਹ ਮਾਰੋ ਮਾਰ ਕਰਦਾ ਹੋਇਆ ਲਾਹੌਰ ਤੱਕ ਆ ਗਿਆ। ਇੱਥੋਂ ਦੇ ਸੂਬੇਦਾਰ ਖਾਨ ਬਹਾਦਰ ਜ਼ਕਰੀਆ ਖਾਨ ਨੇ ਉਸ ਨੂੰ ਕੀ ਰੋਕ ਲੈਣਾ ਸੀ। ਮਾਮੂਲੀ ਝੜਪ ਤੋਂ ਬਾਅਦ ਹੀ ਅਧੀਨਗੀ ਪ੍ਰਵਾਨ ਕਰ ਲਈ ਸੀ। ਉਸ ਨੂੰ ਮੂੰਹ ਮੰਗੀਆਂ ਤਾਵਾਨ ਦੇਣਾ ਕਰਕੇ ਆਪਣੀ ਗਵਰਨਰੀ ਬਚਾ ਲਈ। ਨਾਦਰ ਕੁਝ ਦਿਨ ਲਾਹੌਰ ਟਿਕਿਆ, ਲੋੜੀਂਦਾ ਘਾਹ ਪੱਠਾ ਇਕੱਠਾ ਕਰਕੇ ਦਿੱਲੀ ਮਾਰਨ ਲਈ ਚੱਲ ਪਿਆ। ਹਿੰਦੁਸਤਾਨ ਤੋਂ ਖਾਸ ਕਰ ਦਿੱਲੀ ਦੀ ਬਦਕਿਸਮਤੀ ਕਿ ਇਸ ਵੇਲੇ ਮੁਗਲ ਬਾਦਸ਼ਾਹ ਵਿੱਚੋਂ ਸਭ ਤੋਂ ਕਮਜ਼ੋਰ, ਨਲਾਇਕ, ਅਯਾਸ਼, ਆਲਸੀ ਅਤੇ ਪਰਲੇ ਦਰਜੇ ਦਾ ਅਫੀਮੀ ਸ਼ਖਸ ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦੇ ਤਖ਼ਤ ਉੱਤੇ ਬਿਰਾਜਮਾਨ ਸੀ। ਖਬਰ ਪੁੱਜੀ ਕਿ ਨਾਦਰ ਸ਼ਾਹ ਨੇ ਕਾਬਲ ਕੰਧਾਰ ਮਾਰ ਲਿਆ ਹੈ। ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਅਫਗਾਨਿਸਤਾਨ, ਜੋ ਕਾਬਲ ਕੰਧਾਰ, ਹਿਰਾਤ, ਜਲਾਲਾਬਾਦ ਨਾਮਕ ਸੂਬਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਇਸ ਨੂੰ ਇੱਕ ਜੁਦਾ ਮੁਲਕ ਦੀ ਸ਼ਕਲ ਵਿੱਚ ਜੋੜ ਕੇ ਇਸ ਖਿੱਤੇ ਦਾ ਨਾਮ ਅਫਗਾਨਿਸਤਾਨ ਰੱਖਣ ਵਾਲਾ ਅਹਿਮਦ ਸ਼ਾਹ ਅਬਦਾਲੀ ਸੀ। ਨਾਦਰ ਸ਼ਾਹ ਦੇ ਹਿੰਦੁਸਤਾਨ ਉੱਤੇ ਹਮਲੇ ਵੇਲੇ ਅਹਿਮਦ ਸ਼ਾਹ ਨਾਦਰ ਸ਼ਾਹ ਦੇ ਬਾਡੀਗਾਰਡ ਵਜੋਂ ਉਸ ਦੇ ਨਾਲ ਆਇਆ ਸੀ। ਨਾਦਰ ਸ਼ਾਹ ਜਦ ਈਰਾਨ ਵਿੱਚ ਉਸ ਦੇ ਆਪਣੇ ਫੌਜੀ ਅਫਸਰਾਂ ਹੱਥੋਂ ਕਤਲ ਹੋ ਗਿਆ ਤਾਂ ਅਹਿਮਦ ਖਾਨ ਬੜੀ ਚਤੁਰਾਈ ਨਾਲ ਨਾਦਰ ਸ਼ਾਹ ਦੇ ਬਾਡੀਗਾਰਡ ਦਸਤੇ, ਜੋ ਸਾਰੇ ਦੇ ਸਾਰੇ ਅਫਗਾਨ ਸਨ ਅਤੇ ਇਸ ਦੇ ਮਾਤਹਿਤ ਸਨ, ਨੂੰ ਇਰਾਨੀ ਫੌਜ ਤੋਂ ਬਚਾ ਕੇ ਹਿਰਾਤ ਵੱਲ ਨੱਸ ਆਇਆ ਸੀ। ਅਫਗਾਨ ਸਰਦਾਰਾਂ ਇਸ ਨੂੰ ਆਪਣਾ ਮੁਖੀ ਚੁਣ ਲਿਆ ਅਤੇ ਪਿੱਛੋਂ ਜਦ ਬਾਦਸ਼ਾਹ ਚੁਣੇ ਜਾਣ ਦਾ ਸਮਾਂ ਆਇਆ ਤੇ ਇਸ ਦੀ ਲਿਆਕਤ, ਬਹਾਦਰੀ ਅਤੇ ਖਾਨਦਾਨੀ ਉਚਿਤਤਾ ਨੂੰ ਧਿਆਨ ਵਿੱਚ ਰੱਖ ਕੇ ਸਾਰੇ ਅਫਗਾਨ ਕਬੀਲਿਆਂ ਨੇ ਇਸ ਨੂੰ ਆਪਣਾ ਬਾਦਸ਼ਾਹ ਪ੍ਰਵਾਨ ਕਰ ਲਿਆ। ਸਮੇਂ ਨਾਲ ਜਦ ਇਸ ਨੇ ਲਗਭਗ 4 ਉੱਪਰਲੇ ਸ਼ਹਿਰਾਂ ਦੇ ਉਹਨਾਂ ਦੇ ਨਾਲ ਲੱਗਦੇ ਇਲਾਕਿਆਂ ਤੇ ਕਬਜ਼ਾ ਕਰ ਲਿਆ ਤਾਂ ਇਸ ਤਰ੍ਹਾਂ ਬਣੀ ਇਕਾਈ ਦਾ ਨਾਮ ਅਫਗਾਨਿਸਤਾਨ ਇਸ ਨੇ ਰੱਖਿਆ। 1747 ਈਸਵੀ ਤੋਂ ਪਹਿਲਾਂ ਅਫਗਾਨਿਸਤਾਨ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਕੋਈ ਵੀ ਮੁਲਕ ਨਹੀਂ ਸੀ। ਇਹ ਸਭ ਤੋਂ ਪਿੱਛੋਂ ਹੀ ਪ੍ਰਸਿੱਧ ਹੋਇਆ। ਤੁਜ਼ਕ ਏ ਬਾਬਰੀ, ਤੁਜ਼ਕ ਇਹ ਜਹਾਂਗੀਰੀ। ਬਾਬਰਨਾਮਾ ਵਿੱਚ ਕਾਬਲ ਕੰਧਾਰ, ਹਿਰਾਤ ਦਾ ਨਾਮ ਤਾਂ ਆਉਂਦਾ ਹੈ, ਅਫਗਾਨਿਸਤਾਨ ਸ਼ਬਦ ਦੀ ਵਰਤੋਂ ਨਹੀਂ। ਅਸਲ ਵਿੱਚ ਕਾਬਲ ਦਾ ਅਰਥ ਹੀ ਅਜੋਕਾ ਅਫਗਾਨਿਸਤਾਨ ਸਮਝਿਆ ਜਾਂਦਾ ਸੀ। ਹਿੰਦੁਸਤਾਨ ਵਿੱਚ ਆਉਣ ਵਾਲੇ ਅਫਗਾਨਾਂ ਨੂੰ ਕਾਬਲੀ ਹੀ ਕਿਹਾ ਜਾਂਦਾ ਸੀ, ਉਹ ਭਾਵੇਂ ਹਿਰਾਤ ਜਾਂ ਕੰਧਾਰੋਂ ਹੀ ਕਿਉਂ ਨਾ ਆਏ ਹੋਣ। ਮਹਾਰਾਜਾ ਰਣਜੀਤ ਸਿੰਘ ਦੇ ਪਿੱਛੋਂ ਅੰਗਰੇਜ਼ਾਂ ਦੇ ਰਾਜਕਾਲ ਵਿੱਚ ਇਸ ਦਾ ਨਾਮ ਅਫਗਾਨਿਸਤਾਨ ਪ੍ਰਸਿੱਧ ਹੁੰਦਾ ਹੈ। 19ਵੀਂ ਸਦੀ ਦੇ ਅੰਤ ਵਿੱਚ ਲਿਖੀ ਗਈ ਕਿਤਾਬ ਦਰਬਾਰ ਅਕਬਰੀ ਮੌਲਵੀ ਮੁਹੰਮਦ ਹੁਸੈਨ ਆਜ਼ਾਦ ਦੀ ਲਿਖਤ ਹੈ ਅਤੇ ਅਕਬਰ ਦੇ ਰਾਜਕਾਲ ਅਤੇ ਖਾਸ ਕਰ ਪਠਾਨਾਂ ਨਾਲ ਉਸ ਦੀਆਂ ਲੜਾਈਆਂ, ਜਿਸ ਵਿੱਚ ਬੀਰਬਲ ਅਕਬਰ ਦਾ ਚਹੇਤਾ ਵੀ ਮਾਰਿਆ ਗਿਆ ਸੀ, ਦੇ ਹਾਲਾਤ ਬੜੇ ਵਿਸਥਾਰ ਨਾਲ ਦਿੱਤੇ ਗਏ ਹਨ। ਉਹ ਵਾਰ-ਵਾਰ ਇਸ ਮੁਲਕ ਦਾ ਨਾਮ ਅਫਗਾਨਿਸਤਾਨ ਲਿਖਦਾ ਹੈ, ਪਰ ਅਕਬਰ ਦੇ ਸਮੇਂ, ਜੋ 16ਵੀਂ ਸਦੀ ਦੇ ਪਿਛਲੇ ਅੱਧ ਅਤੇ 17ਵੀਂ ਸਦੀ ਦੇ ਚੜ੍ਹਾਅ ਦੇ ਪਹਿਲੇ 4 ਸਾਲਾਂ ਤੱਕ ਫੈਲਿਆ ਹੋਇਆ ਹੈ, ਵਿੱਚ ਲਿਖੇ ਜਾਣ ਵਾਲੀਆਂ ਫਾਰਸੀ ਅਤੇ ਹਿੰਦੀ ਪੁਸਤਕਾਂ ਵਿੱਚ ਕਿਤੇ ਵੀ ਅਫਗਾਨਿਸਤਾਨ ਦਾ ਲਫ਼ਜ਼ ਨਹੀਂ ਲਿਖਿਆ ਮਿਲਦਾ। ਸੁਣ ਕੇ ਦਿੱਲੀ ਦੇ ਤਾਜਦਾਰ ਨੇ ਖਬਰ ਦੇਣ ਵਾਲੇ ਵੱਲ ਇੰਜ ਵੇਖਿਆ ਜਿਵੇਂ ਕੋਈ ਖੁਸ਼ਖਬਰੀ ਦੇਣ ਵਾਲੇ ਵੱਲ ਤੱਕੇ। ਹਰ ਤੇਜ਼ ਰਫ਼ਤਾਰ ਸਾਹੋਂ ਸਾਹੀਂ ਹੋਏ ਹਰਕਾਰੇ ਨੇ ਇਤਲਾਮ ਦਿੱਤੀ ਕਿ ਨਾਦਰ ਸ਼ਾਹ ਨੇ ਲਾਹੌਰ ਜਿੱਤ ਲਿਆ ਹੈ ਅਤੇ ਦਿੱਲੀ ਨੂੰ ਕੂਚ ਕਰਨ ਦੀ ਤਿਆਰੀ ਵਿੱਚ ਜ਼ਰੂਰੀ ਸਮਾਨ ਅਤੇ ਰਸਦ ਪੱਠਾ ਇਕੱਤਰ ਕਰ ਰਿਹਾ ਹੈ। ਅਫੀਮੀ ਬਾਦਸ਼ਾਹ ਦੀ ਪੀਨਕ ਨਹੀਂ ਟੁੱਟੀ। ਜਦ ਅਮੀਰਾਂ ਮਿੰਨਤ ਸਮਾਜਤ ਕੀਤੀ ਕਿ ਹਜ਼ੂਰ ਦਾ ਇਕਬਾਲ ਬੁਲੰਦ ਰਵੇ, ਕੋਈ ਚਾਰਾ ਕਰੀਏ, ਧਾੜਵੀਂ ਚੜ੍ਹਿਆ ਆ ਰਿਹਾ ਹੈ। ਬੁਲੰਦ ਇਕਬਾਲ ਵਜੋਂ ਹਜ਼ੂਰ ਨੇ ਫਰਮਾਇਆ, ਕੀ ਚਿੰਤਾ ਹੈ, ਆਫਤ ਦਿੱਲੀਓਂ ਬਹੁਤ ਦੂਰ ਹੈ। ਰੰਗ ਰਲੀਆਂ ਜਾਰੀ ਰਹੀਆਂ। ਫਿਰ ਸੁਣਾਉਣੀ ਆਈ ਕਿ ਨਾਦਰ ਸਰਹੰਦ ਪਾਸ ਪੁੱਜ ਗਿਆ ਹੈ। ਬਾਦਸ਼ਾਹ ਟਸ ਤੋਂ ਮਸ ਨਹੀਂ ਹੋਇਆ। ਸਿਆਣੇ ਧਨੀ ਲੋਕ ਦਿੱਲੀਓਂ ਖਿਸਕਣੇ ਸ਼ੁਰੂ ਹੋ ਗਏ।
ਇਸ ਦੀ ਖਬਰ ਬਾਦਸ਼ਾਹ ਨੂੰ ਮਿਲੀ ਤਾਂ ਉਸਨੇ ਲਾਹੌਰ ਦੇ 4 ਚੁਫੇਰੇ ਚੌਂਕੀਆਂ ਬਿਠਾ ਦਿੱਤੀਆਂ ਕਿ ਕਿਸੇ ਨੂੰ ਸ਼ਹਿਰੋਂ ਨਿਕਲਣ ਨਹੀਂ ਦੇਣਾ। ਜੋ ਜਾ ਚੁੱਕੇ ਹਨ ਫੜ ਕੇ ਵਾਪਸ ਲਿਆਂਦੇ ਜਾਣ। ਅਮੀਰਾਂ ਵਜ਼ੀਰਾਂ ਦੇ ਵਾਵੇਲੇ ਮਚਾਉਣ ਅਤੇ ਜ਼ਿਲ੍ਹੇ ਇਲਾਹੀ ਨੇ ਨਸ਼ੇ ਦੀ ਮਸਤੀ ਵਿੱਚ ਹੀ ਹੁਕਮ ਦਿੱਤਾ ਕਿ ਫੌਜ ਨੂੰ ਦਿੱਲੀਓਂ ਬਾਹਰ ਭੇਜੋ ਅਤੇ ਕਹੋ ਕਿ ਇਸ ਨੂੰ ਮਾਰ ਕੇ ਪਿਛਾਂਹ ਮੋੜ ਦੇਵੇ। ਜੇ ਕੁਝ ਮੰਗੇ ਤਾਂ ਦੇ ਦਵਾ ਕੇ ਮਰਦੂਦ ਪਿਛਾਂਹ ਨੂੰ ਚੱਲਦਾ ਕਰੋ। ਹਾਂ ਮਾਂ ਬਦੌਲਤ ਨੂੰ ਐਵੇਂ ਖਾਹ ਪਰੇਸ਼ਾਨ ਨਾ ਕੀਤਾ ਜਾਵੇ। ਇਹ ਸ਼ਾਹੀ ਫਰਮਾਨ ਜਾਰੀ ਕਰਕੇ ਉੱਚੇ ਇਕਬਾਲ ਵਾਲੇ ਹਜੂਰ ਸ਼ਤਰੰਜ ਦੀ ਖੇਡ ਵਿੱਚ ਲੀਨ ਹੋ ਗਏ। ਡੂਮਾ ਭੰਡਾ ਨੱਚਣ ਵਾਲਿਆਂ ਨੇ ਮਜਲਸ ਜਾਰੀ ਰੱਖੀ। ਦਾਰੂ ਦੇ ਜਾਮ ਛਲਕਦੇ ਸ਼ਕੀਨੇ ਅਤੇ ਡੁੱਲਦੇ ਰਹੇ। ਸਿਆਣੇ ਸ਼ਹਿਰੀਆਂ ਹਾਲ ਦੁਹਾਈ ਮਚਾਈ ਵਾਸਤੇ ਪਾਏ। ਲੱਖ ਤੋਂ ਵੱਧ ਫੌਜ ਟਾਕਰੇ ਲਈ ਬਾਹਰ ਨਿਕਲੀ। ਕਰਨਾਲ ਲਾਗੇ ਜਾ ਬੈਠੀ। ਤੋਪਖਾਨਾ ਵੀ ਸਾਥ ਸੀ। ਇੱਕ ਯੋਗ ਸਿਪਾਹ ਸਲਾਰ ਆਗੂ ਖਾਣੇ-ਦੌਰਾਨ ਖਾਨ ਨਾਲ ਹੋਣ ਦੇ ਬਾਵਜੂਦ ਫੌਜ ਸਹਿਮੀ ਪਈ ਸੀ। ਟੱਕਰ ਵੀ ਨਾਦਰ ਸ਼ਾਹ ਨਾਲ, ਜਿਸ ਦੀ ਦਹਿਸ਼ਤ ਸਾਰੇ ਏਸ਼ੀਆ ਵਿੱਚ ਫੈਲੀ ਹੋਈ ਸੀ। ਐਸੇ ਸ਼ਹਿਰ ਪਾਸ ਲੜਾਈ ਆਰੰਭ ਹੋਈ। ਨਾਦਰ ਫੌਜ ਨੇ ਮੁਗਲਿਆ ਫੌਜ ਨੂੰ ਬਿੱਲੇ ਦੇ ਚੂਚਾ ਮਰੋੜਨ ਵਾਂਗ ਗੁੱਛੀ ਕਰਕੇ ਸੁੱਟ ਦਿੱਤਾ। ਪਹਿਲੇ 2 ਘੰਟਿਆਂ ਵਿੱਚ 30,000 ਹਿੰਦੁਸਤਾਨੀ ਸਿਪਾਹੀ ਇਰਾਨੀਆਂ ਹੱਥੋਂ ਮਾਰੇ ਗਏ ਅਤੇ ਇਸ ਤੋਂ ਵੱਧ ਘਾਇਲ ਹੋ ਗਏ। ਵੇਖਦਿਆਂ ਵੇਖਦਿਆਂ ਲੱਖ ਤੋਂ ਵੱਧ ਫੌਜ ਜੋ ਲੜਨ ਆਈ ਤਿੱਤਰ-ਬਿੱਤਰ ਹੋ ਗਈ। ਮੁਰਦੇ ਅਤੇ ਜ਼ਖਮੀ ਕੌਣ ਸੰਭਾਲੇ? ਮੁਗਲ ਫੌਜ ਦੀ ਗਿਣਤੀ 1,50,000 ਘੋੜਸਵਾਰ ਅਤੇ 500 ਤੋਪਾਂ, ਅਣਗਿਣਤ ਪ੍ਰਾਈਵੇਟ ਅਤੇ ਇੱਕ ਰੈਗੂਲਰ ਅਤੇ ਹਾਥੀਆਂ ਉੱਤੇ ਸਵਾਰ ਹੋ ਕੇ ਲੜਨ ਵਾਲਿਆਂ ਦੀ ਇੱਕ ਤਕੜੀ ਕੋਰ, ਜਿਸ ਵਿੱਚ ਹਜ਼ਾਰਾਂ ਹੀ ਹਾਥੀ ਸਨ। ਮੁਗਲ ਫੌਜਾਂ ਦਾ ਕਮਾਂਡਰ ਖਾਣੇ-ਦੌਰਾਨ ਖਾਨ ਸੀ। ਨਾਦਰ ਸ਼ਾਹ ਦੀ ਫੌਜ ਦੀ ਗਿਣਤੀ ਕਈ ਗੁਣਾ ਘੱਟ ਸੀ, ਪਰ ਸੀ ਫੌਜ ਜੰਗਾਂ ਯੁੱਧਾਂ ਵਿੱਚ ਗੂੜ੍ਹੀ ਅਤੇ ਸਿਖਲਾਈ ਵਿੱਚ ਨਿਪੁੰਨ। ਲੜਾਈ ਦੇ ਪਹਿਲੇ 2 ਘੰਟਿਆਂ ਵਿੱਚ ਮੁਗਲ ਸਿਪਾਹ ਸਲਾਰ ਖਾਣੇ-ਦੌਰਾਨ ਖਾਨ ਮਾਰਿਆ ਗਿਆ। ਅਵਧ ਦਾ ਵਾਇਸਰਾਏ ਸਾਦਾਤ ਖਾਂ ਫੜਿਆ ਗਿਆ। 10 ਉੱਘੇ ਰਾਜੇ ਅਤੇ ਨਵਾਬ ਮਾਰੇ ਗਏ। ਬਾਕੀ ਮਰਨ ਵਾਲਿਆਂ ਦੀ ਗਿਣਤੀ 30,000 ਸੀ। ਇੰਨੀ ਕੁ ਗਿਣਤੀ ਜ਼ਖਮੀਆਂ ਦੀ ਸੀ। ਨਾਦਰ ਸ਼ਾਹ ਜੇਤੂ ਦੀ ਹੈਸੀਅਤ ਵਿੱਚ ਦਿੱਲੀ ਆਣ ਵੜਿਆ। ਕਿਲ੍ਹੇ ਦਾ ਕਬਜ਼ਾ ਲੈ ਲਿਆ। ਸਾਰਾ ਖਜ਼ਾਨਾ ਸੰਭਾਲ ਲਿਆ। ਨਾਦਰ ਸ਼ਾਹ ਨੇ ਜਦ ਉੱਚੇ ਇਕਬਾਲ ਵਾਲੇ ਬਾਦਸ਼ਾਹ ਹਜੂਰ ਨੂੰ ਪੁੱਛਿਆ ਕਿ ਤੇਰੀ ਫੌਜ ਸਣੇ ਜਰਨੈਲ ਦੇ ਲੜਾਈ ਛੱਡ ਕੇ ਨੱਸ ਗਈ। ਸ਼ਹਿਰ ਦੇ ਪਹਿਰੇਦਾਰ ਫਰਾਰ ਹੋ ਗਏ। ਕਿਲ੍ਹੇ ਦੇ ਰਾਖੇ ਅਤੇ ਤੁਹਾਡੇ ਅੰਗ ਰੱਖਿਅਕ ਅਤੇ ਹੋਰ ਹਾਲੀ ਹਵਾਈ ਸਾਨੂੰ ਆਉਂਦਿਆਂ ਨੂੰ ਸੁਣ ਕੇ ਤੁਹਾਨੂੰ ਛੱਡ ਕੇ ਭੱਜ ਗਏ ਤਾਂ ਤੁਸੀਂ ਆਪਣੀ ਜਾਨ ਬਚਾਉਣ ਲਈ ਕਿਉਂ ਨਾ ਦੌੜੇ? ਕਿਉਂ ਨਾ ਕਿਧਰੇ ਨੱਸਣ ਦਾ ਯਤਨ ਕੀਤਾ? ਅਫੀਮੀ ਹਜੂਰ ਵਾਲੇ ਨੇ ਉੱਤਰ ਦਿੱਤਾ, ਬ੍ਰਦਰ ਨੱਸਦਾ ਕਿਵੇਂ? ਮੈਨੂੰ ਮੋਜੇ ਅਤੇ ਜੁੱਤੇ ਪਹਿਨਾਉਣ ਵਾਲਾ ਹੀ ਪਾਸ ਕੋਈ ਨਹੀਂ ਸੀ ਰਿਹਾ, ਕਿਵੇਂ ਦੌੜਦਾ? ਇਹੋ ਜਿਹਾ ਮਰੀਅਲ ਅਤੇ ਸੜੀਅਲ ਬਾਦਸ਼ਾਹ ਨਾਦਰ ਵਰਗੇ ਤੁੰਦ ਅਤੇ ਖੂਨਖਾਰ ਬਘਿਆੜ ਤੋਂ ਹਿੰਦੁਸਤਾਨ ਅਤੇ ਦਿੱਲੀ ਨੂੰ ਕਿਵੇਂ ਬਚਾ ਸਕਦਾ ਸੀ? ਕਮਜ਼ੋਰ ਹਾਕਮ ਮੁਲਕ ਲਈ ਰੱਬੀ ਕਹਿਰ ਹੁੰਦਾ। ਨਾਦਰ ਸ਼ਾਹ ਦਿੱਲੀ ਸ਼ਹਿਰ ਅਤੇ ਇਰਦ-ਗਿਰਦ ਦੇ 10-10 ਕੋਹ ਤੱਕ ਪਿੰਡ ਤੇ ਸ਼ਹਿਰ ਲੁੱਟਦਾ ਫੂਕਦਾ ਰਿਹਾ। ਸਾਰਾ ਸ਼ਹਿਰ ਅਮੀਰ ਗਰੀਬ ਨਿੰਮਗੂ ਵਾਂਗ ਨਿਚੋੜ ਸੁੱਟੇ। ਲੋਕ ਕੌਡੀਆਂ ਤੋਂ ਹੌਲੇ ਕਰ ਦਿੱਤੇ। ਕਿਸੇ ਪਾਸ ਪਈ ਪੈਸਾ ਨਾ ਛੱਡਿਆ। ਜਿੱਥੇ ਕੋਈ ਸ਼ੱਕ ਪਿਆ, ਫਲਾਹ ਅਮੀਰ ਨੇ ਸਾਰਾ ਸ਼ਹਿਰ ਜੇਵਰ ਅਤੇ ਕੀਮਤੀ ਸਮਾਨ ਪੂਰਾ ਨਹੀਂ ਹਵਾਲੇ ਕੀਤਾ। ਬਾਜ਼ਾਰਾਂ ਵਿੱਚ ਟਿਕ-ਟਿਕੀਆਂ ਲਾ ਬੰਨ੍ਹ ਕੇ, ਮੁੱਦੇ ਪਾ ਕੇ ਚੰਮ ਉਧੇੜ ਦਿੱਤਾ। ਨੀਹਾਂ ਅਤੇ ਫਰਸ਼ਾਂ ਤੱਕ ਖੁਦਵਾ ਦਿੱਤੇ। ਹਿੰਦੂ ਅਤੇ ਮੁਸਲਮਾਨ ਇਕਸਾਰ ਰਗੜੇ। ਬਾਦਸ਼ਾਹ ਦੀ ਸ਼ਹਿਜ਼ਾਦੀ ਆਪਣੇ ਪੁੱਤ ਨਾਸਿਰ ਸ਼ਾਹ ਨਾਲ ਜੋਰੀ ਵਿਆਹੀ। ਫੌਜੀ ਅਫਸਰਾਂ ਹਿੰਦੁਸਤਾਨੀ ਅਮੀਰਾਂ ਦੀਆਂ ਲੜਕੀਆਂ ਜ਼ਬਰਦਸਤੀ ਨਿਕਾਹੀਆਂ। ਜੋ ਮਨ ਆਇਆ, ਕੌਣ ਕਿਸੇ ਨੂੰ ਵਰਜੇ। ਫਿਰ ਇੱਕ ਦਿਨ ਅਫਵਾਹ ਉੱਡੀ ਕਿ ਨਾਦਰ ਸ਼ਾਹ ਨੂੰ ਕਤਲ ਕਰ ਦਿੱਤਾ ਹੈ। ਇੱਕ ਥਾਂ ਕਬੂਤਰਾਂ ਤੋਂ ਝਗੜਾ ਹੋ ਗਿਆ। ਆਤੁਰ ਹੋਏ ਹਿੰਦੁਸਤਾਨੀ ਲੋਕ ਕੁਝ ਇਰਾਨੀ ਸਿਪਾਹੀ ਕਤਲ ਕਰ ਦਿੱਤੇ। ਨਾਦਰ ਸ਼ਾਹ ਨੂੰ ਪਤਾ ਲੱਗਾ ਤਾਂ ਦਿੱਲੀ ਉੱਤੇ ਖੁਦਾਈ ਕਹਿਰ ਟੁੱਟ ਪਿਆ। ਕਤਲਾਮ ਦਾ ਹੁਕਮ ਦੇ ਦਿੱਤਾ। ਬੱਚੇ, ਬੁੱਢੇ, ਔਰਤਾਂ ਤੇ ਜਵਾਨ ਲੱਖਾਂ ਦੀ ਗਿਣਤੀ ਵਿੱਚ ਮੌਤ ਦੇ ਘਾਟ ਉਤਾਰ ਦਿੱਤੇ।
ਬਾਦਸ਼ਾਹ ਰੰਗੀਲਾ ਕੁਝ ਦਰਬਾਰੀਆਂ ਨੂੰ ਲੈ ਕੇ ਨਾਦਰ ਸ਼ਾਹ ਦੇ ਪੇਸ਼ ਹੋਇਆ ਅਤੇ ਕਤਲਾਮ ਬੰਦ ਕਰਨ ਲਈ ਮਿੰਨਤਾਂ ਕੀਤੀਆਂ। ਕਤਲਾਮ ਦਾ ਹੁਕਮ ਤਾਂ ਵਾਪਸ ਹੋ ਗਿਆ, ਪਰ ਡਰਦੇ ਮਾਰੇ ਲੋਕ ਕਈ ਦਿਨ ਅੰਦਰੋਂ ਬਾਹਰ ਨਾ ਨਿਕਲੇ, ਨਾ ਬਾਹਰੋਂ ਸ਼ਹਿਰ ਵਿੱਚ ਹੀ ਕੋਈ ਆਵੇ। ਮੁਰਦਿਆਂ ਦੀ ਬਦਬੂ ਇੰਨੀ ਫੈਲੀ ਕਿ ਸਾਹ ਲੈਣਾ ਔਖਾ ਹੋ ਗਿਆ। ਢੰਡੋਰਾ ਪਟਵਾ ਕੇ ਲੋਕਾਂ ਨੂੰ ਬਾਹਰ ਕੱਢਿਆ। ਹੁਕਮ ਹੋਇਆ ਅਤੇ ਗਲੀਆਂ ਸੜੀਆਂ ਲਾਸ਼ਾਂ ਧੂ ਧੂ ਕੇ ਜਮਨਾਂ ਵਿੱਚ ਸੁੱਟਵਾਈਆਂ। ਕੁਝ ਦੇਰ ਪਿੱਛੋਂ ਦਿੱਲੀ ਵਿੱਚ ਬੜੀ ਵੱਡੀ ਬਿਮਾਰੀ ਪਈ, ਜਿਸ ਨੇ ਬਚਿਆ ਖੁਚਿਆ ਨੂੰ ਹੂੰਝਾ ਫੇਰ ਦਿੱਤਾ। ਅੱਜ ਵੀ ਜਦ ਕਿਸੇ ਸਿਆਣੇ ਅਤੇ ਵਡੇਰੀ ਉਮਰ ਦੇ ਬਜ਼ੁਰਗ ਨਾਦਰ ਸ਼ਾਹ ਦੇ ਹਮਲੇ ਦਾ, ਜਿਸ ਬਾਰੇ ਉਹਨਾਂ ਆਪਣੇ ਪੁਰਖਿਆਂ ਤੋਂ ਅਤੇ ਉਹਨਾਂ ਅਗਲਿਆਂ ਤੋਂ ਸੁਣਿਆ ਰੱਖਿਆ ਸੀ, ਜ਼ਿਕਰ ਕਰਨ ਤਾਂ ਆਵਾਜ਼ ਵਿੱਚ ਲਰਜ਼ਾ ਪੈਦਾ ਹੋ ਜਾਂਦੀ ਹੈ, ਭਾਵੇਂ ਇਸ ਕਹਿਰ ਵਾਪਰੇ ਨੂੰ 250 ਸਾਲ ਤੋਂ ਕੁਝ ਉੱਪਰ ਹੋ ਚੁੱਕਿਆ ਹੈ। ਨਾਦਰ ਸ਼ਾਹ ਦੀ ਵਾਪਸੀ। ਈਰਾਨੀ ਫੌਜ ਵਿੱਚ ਵਤਨ ਵਾਪਸੀ ਦੀ ਤਾਂਘ ਉਦਰੇਵੇਂ ਅਤੇ ਆ ਪਹੁੰਚੇ ਗਰਮੀ ਦੇ ਮੌਸਮ ਨੇ ਨਾਦਰ ਸ਼ਾਹ ਨੂੰ ਵਾਪਸ ਮੁੜਨ ਲਈ ਮਜਬੂਰ ਕੀਤਾ। ਲੁੱਟਿਆ ਧਨ ਦੌਲਤ ਸਾਜੋ ਸਮਾਨ ਲੱਦਣ ਨੂੰ ਜਦੋਂ ਦਿੱਲੀ ਵਿੱਚੋਂ ਊਠ ਗਧੇ ਖੱਚਰ ਘੋੜੇ ਹਾਥੀ ਗੱਡੇ ਨਾ ਪੂਰੇ ਹੋਏ ਤਾਂ ਦਿੱਲੀ ਦੇ ਚੁਫੇਰੇ ਦੇ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਤੋਂ ਜਬਰੀ ਫੜ ਮੰਗਵਾਏ। ਈਰਾਨੀ ਘੋੜਸਵਾਰ ਆਪ ਪੈਦਲ ਸਨ ਅਤੇ ਜੋ ਉਹਨਾਂ ਲੁੱਟਿਆ ਪੁੱਟਿਆ ਸੀ ਬੰਨ੍ਹ ਕੇ ਘੋੜਿਆਂ ਉੱਤੇ ਲੱਦਿਆ ਹੋਇਆ ਸੀ। ਨਾਦਰ ਸ਼ਾਹ ਨੇ ਸ਼ਾਹੀ ਖਜ਼ਾਨੇ, ਜਿਸ ਵਿੱਚ ਕੋਹਿਨੂਰ ਹੀਰਾ ਅਤੇ ਮਣਾ ਮੁਹੀ ਹੋਰ ਹੀਰੇ ਜਵਾਹਰਾਤ ਵੀ ਸਨ, ਤੋਂ ਇਲਾਵਾ ਤਖਤੇ ਤਾਊਸ, ਸ਼ਾਹੀ ਸਾਜੋ ਸਮਾਨ, ਬਰਤਨ, ਸੁਨਹਿਰੀ ਹੁੱਕੇ, ਚਾਂਦੀ ਦੀਆਂ ਕੁਰਸੀਆਂ, ਸ਼ਾਹੀ ਦਰਬਾਰ ਅਤੇ ਹਰਮਾਂ ਵਿੱਚ ਲਟਕਣ ਵਾਲੀਆਂ ਰੇਸ਼ਮੀ ਜਾਲੀਆਂ ਅਤੇ ਪਰਦੇ, ਫਰਸ਼ ਦੇ ਕਲੀਨ ਗਲੀਚੇ, ਦਰਬਾਰ ਵਿੱਚ ਲਟਕਣ ਵਾਲੇ ਝਾੜ ਫਨੂਸ, ਬੜੇ ਬੜੇ ਕੀਮਤੀ ਪਲੰਗ ਅਤੇ ਸ਼ਾਹੀ ਪਾਰਚਾਤ ਅਤੇ ਜੋ ਵੀ ਨਾਦਰ ਸ਼ਾਹ ਨੂੰ ਚੰਗਾ ਲੱਗਾ ਸਭ ਬੰਨ੍ਹ ਲਿਆ। ਸ਼ਾਹੀ ਅਸਤਬਲਾਂ ਦੇ ਕੀਮਤੀ ਹਾਥੀ ਤੱਕ ਨਾ ਛੱਡੇ। ਤੁਰਨ ਵੇਲੇ ਕੈਦੀ ਕੁੜੀਆਂ ਮੁੰਡਿਆਂ ਰੋ ਰੋ ਕੇ ਚੀਕਾਂ ਮਾਰ ਮਾਰ ਕੇ ਕੋਹਰਾਮ ਮਚਾ ਦਿੱਤਾ। ਜਦ ਵਿਹਰਨ ਜਾਂ ਤੁਰਿਆਂ ਨਾ ਜਾਣ ਦਾ ਬਹਾਨਾ ਕੀਤਾ ਤਾਂ ਬੇਕਿਰਕ ਈਰਾਨੀਆਂ ਦੀਆਂ ਛਾਂਟਿਆਂ ਨੇ ਚਮੜੀ ਉਧੇੜ ਕੇ ਰੱਖ ਦਿੱਤੀ, ਕਤਲ ਕਰ ਦੇਣ ਦੀ ਧਮਕੀ ਦਿੱਤੀ। ਸਭ ਉਸੇ ਰਾਹ ਤੇ ਹੌਂਕੇ ਲੈਂਦੇ ਹੋਏ ਅੱਗੇ ਤੁਰੇ। ਜਿੰਨੇ ਦਿਨ ਨਾਦਰ ਸ਼ਾਹ ਦਿੱਲੀ ਰਿਹਾ, ਲੋਕ ਦੋਜ਼ਖ ਦਾ ਅਜ਼ਾਬ ਭੁਗਤਦੇ ਰਹੇ। ਲੁੱਟਿਆ ਹੋਇਆ ਧਨ ਪਦਾਰਥ, ਮਾਲ ਅਸਬਾਬ ਅਤੇ ਹਿੰਦੁਸਤਾਨ ਦਾ ਕੈਦ ਕੀਤਾ। ਮਾਸੂਮ ਹੁਸਨ ਬੜੇ ਵੱਡੇ ਲਾਮ ਲਸ਼ਕਰ ਦੀ ਸ਼ਕਲ ਵਿੱਚ ਲੈ ਨਾਦਰ ਸ਼ਾਹ 52ਵੇਂ ਦਿਨ ਦਿੱਲੀਓਂ ਤੁਰਿਆ। ਖਾਲਸੇ ਨੇ ਦਰਸ਼ਨ ਆਣ ਦਿੱਤੇ। ਇੰਜ ਲੱਦਿਆ ਪਦਾਰਥ ਨਾਦਰ ਸ਼ਾਹ ਦਾ ਲਸ਼ਕਰ ਕਰਨਾਲ ਟੱਪਿਆ ਹੀ ਸੀ ਕਿ ਖਾਲਸੇ ਵੀ ਆਣ ਦਰਸ਼ਨ ਦਿੱਤੇ। ਜਦ ਨਾਦਰ ਸ਼ਾਹ ਮੌਤ ਅਤੇ ਤਬਾਹੀ ਦਾ ਛਿੱਟਾ ਦੇਂਦਾ ਹੋਇਆ ਸਿੰਧ ਟੱਪ ਕੇ ਲਾਹੌਰ ਵੱਲ ਵਧ ਰਿਹਾ ਸੀ ਤਾਂ ਮੁਗਲ ਫੌਜਾਂ ਅਤੇ ਸਿਵਲ ਪ੍ਰਬੰਧਕਾਂ ਦੇ ਭਾਅ ਦੀ ਬਣੀ ਹੋਈ ਸੀ। ਐਸੀ ਅਫਰਾ ਤਫਰੀ ਮੱਚੀ ਹੋਈ ਸੀ ਕਿ ਲੋਕ ਘਰ ਛੱਡ ਛੱਡ ਕੇ ਜਾਨਾਂ ਬਚਾਉਣ ਅਤੇ ਦਿਨ ਕੱਟੀ ਕਰਨ ਲਈ ਪਹਾੜਾਂ ਵੱਲ ਭੱਜ ਰਹੇ ਸਨ। ਸਿੰਘਾਂ ਇਸ ਮੌਕੇ ਤੋਂ ਫਾਇਦਾ ਉਠਾਇਆ। ਆਉਂਦੇ ਨਾਦਰ ਸ਼ਾਹ ਨੂੰ ਕੁਝ ਨਹੀਂ ਕਿਹਾ। ਇਹ ਨੀਤੀ ਸੀ ਕਿ ਇਸ ਨਾਲ ਮੁਗਲ ਫੌਜਾਂ ਭਿੜ ਕੇ ਮਰਨ ਅਤੇ ਕਮਜ਼ੋਰ ਹੋਣ। ਲੁੱਟ ਪੱਟ ਕੇ ਮੁੜਦੇ ਨਾਲ ਦਸਤ ਪੰਜਾ ਅਸੀਂ ਲਵਾਂਗੇ ਅਤੇ ਇਸ ਦਾ ਭਾਰ ਹੌਲਾ ਕਰਾਂਗੇ। ਹੁਣ ਤੱਕ ਸਿੰਘਾਂ ਪਾਸ ਕੋਈ ਐਸਾ ਸੁਰੱਖਿਅਤ ਥਾਂ ਨਹੀਂ ਸੀ ਜਿੱਥੇ ਮੁਗਲ ਸਰਕਾਰ ਦੇ ਇਲਾਕੇ 'ਚੋਂ ਪੰਜਾ ਮਾਰ ਕੇ ਇਕੱਠਾ ਕੀਤਾ ਧਨ ਪਦਾਰਥ ਅਤੇ ਹੋਰ ਮਾਲ ਅਸਬਾਬ ਸਾਂਭਿਆ ਜਾਵੇ। ਇਸ ਤੇ ਵਿਚਾਰ ਹੋਏ ਅਤੇ ਗੁਰਮਤਾ ਕਰਕੇ ਪਿੰਡ ਡੱਲੇਵਾਲ ਨਜ਼ਦੀਕ ਡੇਰਾ ਬਾਬਾ ਨਾਨਕ, ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲਹਿੰਦੇ ਪਹਾੜ ਅਤੇ ਲਾਹੌਰੋਂ ਉੱਤਰ ਚੜ੍ਹਦੇ ਅਤੇ ਦਰਿਆ ਰਾਵੀ ਦੇ ਕੰਢੇ ਤੇ ਸਥਿਤ ਸੀ, ਵਿਖੇ ਕੱਚਾ ਗੜ੍ਹ ਉਸਾਰ ਲਿਆ। ਬਾਰੀ ਦੁਆਬ ਲਾਹੌਰੋਂ ਪਡੋਲ ਕੂਠੀਏ ਦੀਆਂ ਪਹਾੜੀਆਂ ਤੱਕ ਉਗਰਾ ਲਿਆ। ਜਦ ਨਾਦਰ ਸ਼ਾਹ ਕਰਨਾਲੋਂ ਲੰਘ ਕੇ ਸਰਹੰਦ ਵੱਲ ਵਧ ਰਿਹਾ ਸੀ ਤਾਂ ਸਿੰਘਾਂ ਨੇ ਇਸ ਤੇ ਵਹੀਰ ਉੱਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਪਹਿਲੇ ਦਿਨਾਂ ਵਿੱਚ ਹੋਏ ਨਿੱਕੇ ਨਿੱਕੇ ਛਾਪਿਆਂ ਵਿੱਚ ਉਸ ਨੇ ਗੌਲਿਆ ਨਾ, ਪਰ ਜਦ ਇਹ ਜ਼ਿਆਦਾ ਤੇਜ਼ ਅਤੇ ਚੋਖਾ ਨੁਕਸਾਨ ਕਰਨ ਵਾਲੇ ਬਣਦੇ ਗਏ, ਨਾਦਰ ਸ਼ਾਹ ਦਾ ਮੱਥਾ ਠਣਕਿਆ। ਸਿੰਘਾਂ ਨੂੰ ਜਦ ਪਤਾ ਲੱਗਾ ਕਿ ਨਾਦਰ ਸ਼ਾਹ ਧਨ ਦੌਲਤ ਤੋਂ ਬਿਨਾਂ ਹਜ਼ਾਰਾਂ ਬੇਗੁਨਾਹ ਨੌਜਵਾਨ ਮੁੰਡੇ ਕੁੜੀਆਂ ਵੀ ਬੰਨ੍ਹ ਕੇ ਲਈ ਜਾਂਦਾ ਹੈ, ਤਾਂ ਲੁੱਟ ਮਾਰ ਨੂੰ ਪਹਿਲ ਦੇਣ ਦੀ ਥਾਂ ਹੁਣ ਉਹਨਾਂ
ਇਹ ਬੰਦੀ ਛਡਾਉਣ ਵੱਲ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਛਡਾਉਂਦੇ ਅਤੇ ਘਰੋਂ ਘਰੀ ਪਹੁੰਚਾਉਣ ਦਾ ਉਪਰਾਲਾ ਵੀ ਕਰਦੇ। ਸਰਹੰਦੋਂ ਨਾਦਰ ਸ਼ਾਹ ਰੋਪੜ ਵੱਲ ਮੁੜ ਪਿਆ ਅਤੇ ਇੱਥੋਂ ਸਤਲੁਜ ਪਾਰ ਕੀਤਾ। ਗਰਮੀ ਵੱਧ ਜਾਣ ਕਰਕੇ ਉਹ ਸ਼ਿਵਾਲਿਕ ਪਹਾੜ ਦੀ ਕੰਢੀ ਦੇ ਨਾਲ ਨਾਲ ਤੁਰਦਾ ਕਿ ਗਰਮੀ ਤੋਂ ਕੁਝ ਬਚਾਅ ਹੋਵੇ। ਗਰਮੀ ਤੋਂ ਬਚਣ ਦਾ ਉਪਰਾਲਾ ਤਾਂ ਕਰ ਲਿਆ, ਪਰ ਬਗਾਨੇ ਪੁੱਤ ਮਗਰ ਲੱਗੇ ਦੁੰਬ ਨੱਪੀ ਆਉਂਦੇ ਸਨ। ਉਹਦਾ ਕੀ ਉਪਾਅ ਕਰੇ? ਮਾਝਾ ਛੱਡ ਕੇ ਮਾਲਵੇ ਵੱਲ ਵਿਚਰਦੇ ਸਿੰਘ ਸ਼ਿਕਾਰ ਦੀ ਸੂਹ ਪਾ ਕੇ ਛੂਟ ਮਾਰ ਕੇ ਆਏ। ਦਰਿਆ ਸਤਲੁਜ ਟੱਪੇ ਅਤੇ ਹੁਸ਼ਿਆਰਪੁਰੋਂ ਅੱਗੇ ਨਾਦਰੀ ਲਸ਼ਕਰ ਉੱਤੇ ਹਮਲੇ ਤੇਜ਼ ਤੋਂ ਤੇਜ਼ ਤਰ ਹੋ ਗਏ। ਈਰਾਨੀ ਘੋੜਿਆਂ ਤੇ ਹਥਿਆਰਾਂ ਉੱਤੇ ਵੀ ਖਾਲਸੇ ਦੀ ਨਜ਼ਰ ਸੀ। ਤੁਰਕਾਨੀ ਲਾਮ ਲਸ਼ਕਰ ਨੂੰ ਨਾ ਦਿਨੇ ਨਾ ਰਾਤ ਨੂੰ ਚੈਨ ਲੈਣ ਦਿੰਦੇ। ਉਹ ਮਿੱਥ ਕੇ ਇੱਕ ਥਾਂ ਜੰਮ ਕੇ ਲੜਨ ਨਾਲੋਂ ਗੁਰੀਲਿਆਂ ਵਾਂਗ ਦੁਸ਼ਮਣ ਦੇ ਬਰਬਾਦੀ ਕਰਨ ਵਿੱਚ ਯਕੀਨ ਰੱਖਦੇ ਸਨ। ਤਜਵੀਜ਼ ਇਹ ਸੀ ਕਿ ਦੁਸ਼ਮਣ ਨੂੰ 24 ਘੰਟੇ ਹੀ ਭਿਉਜਲ ਪਾਈ ਰੱਖੋ, ਨਾ ਟਿਕ ਕੇ ਖਾ ਸਕੇ ਨਾ ਆਰਾਮ ਕਰ ਸਕੇ। ਨਾਦਰ ਸ਼ਾਹ ਨੂੰ ਇੰਨਾ ਜਿੱਚ ਕੀਤਾ ਕਿ ਬਿਲਬਲਾ ਉੱਠਿਆ। ਨਾਦਰ ਸ਼ਾਹ ਬਿਆਸ ਪਾਰ ਹੋਇਆ ਅਤੇ ਸਿੰਘ ਵੀ ਨਾਲ ਹੀ ਟੱਪ ਪਏ। ਬਾਰੀ ਦੁਆਬ ਵਿੱਚ ਪਹਿਲਾਂ ਹੀ ਸਿੰਘ ਆ ਰਹੇ ਦੁਸ਼ਮਣ ਨੂੰ ਸ਼ਹਿ ਲਾ ਕੇ ਉਡੀਕ ਰਹੇ ਸਨ। ਹੁਣ ਤਾਂ ਹਾਲਤ ਉਹ ਬਣੀ ਜਿਵੇਂ ਇੱਕ ਮਗਰਮੱਛ ਨੂੰ ਦੋ ਲੁੱਦਰ ਪੈ ਜਾਂਦੇ ਹਨ। ਇੱਕ ਵੱਲ ਹੁੰਦਾ ਅਤੇ ਦੂਜਾ ਮਗਰੋਂ ਛਾਲ ਮਾਰ ਕੇ ਧੌਣ ਤੇ ਚੜ੍ਹ ਜਾਂਦਾ ਅਤੇ ਮਾਸ ਦੀ ਬੋਟੀ ਕੱਢ ਲੈਂਦਾ ਅਤੇ ਮਗਰਮੱਛ ਦੇ ਉਸ ਵੱਲ ਹੋਣ ਤੋਂ ਪਹਿਲਾਂ ਛਾਲ ਮਾਰ ਕੇ ਫੁਰਤੀ ਨਾਲ ਔ ਜਾਂਦਾ। ਇੰਨੇ ਚਿਰ ਨੂੰ ਪਹਿਲੇ ਨੂੰ ਮੌਕਾ ਮਿਲਦਾ ਅਤੇ ਉਹ ਵੀ ਤੇਜ਼ੀ ਨਾਲ ਧੌਣ ਤੇ ਚੜ੍ਹ ਕੇ ਪਹਿਲੇ ਵਾਲੀ ਕਾਰਵਾਈ ਪਾਉਂਦਾ ਅਤੇ ਇਹ ਸਿਲਸਿਲਾ ਲਗਾਤਾਰ ਚੱਲਦਾ। ਮਗਰਮੱਛ ਬਚ ਨਿਕਲਣ ਲਈ ਬਥੇਰੀ ਵਾਹ ਲਾਉਂਦਾ, ਪਰ ਮਗਰ ਲੱਗੇ ਨਿੱਕੇ ਨਿੱਕੇ ਦੋ ਲੜਾਕੂ ਖਹਿੜਾ ਨਹੀਂ ਛੱਡਦੇ ਅਤੇ ਅੰਤ ਨੂੰ ਮਗਰਮੱਛ, ਜੋ ਬਾਕੀ ਦੇ ਦਰਿਆਈ ਜੀਵਾਂ ਜੰਤੂਆਂ ਤੇ ਹਾਵੀ ਹੈ, ਇਹਨਾਂ ਦੀ ਫੁਰਤੀ ਨਾਲ ਹਮਲਿਆਂ ਦਾ ਸ਼ਿਕਾਰ ਹੋ ਜਾਂਦਾ ਅਤੇ ਨਿੱਕੀਆਂ ਮੱਛੀਆਂ ਤੇ ਪੁੰਗਾਂ ਦਾ ਖਾਜ ਬਣ ਜਾਂਦਾ। ਬਸ ਸਿੰਘਾਂ ਹੱਥੋਂ ਨਾਦਰ ਸ਼ਾਹ ਦੀ ਇਹੋ ਜਿਹੀ ਦੁਰਦਸ਼ਾ ਹੋ ਰਹੀ ਸੀ। ਚਨਾਬ ਪਾਰ ਕਰਨ ਤੋਂ ਪਹਿਲਾਂ ਸਿੰਘਾਂ ਨਾਦਰ ਸ਼ਾਹ ਦੀ ਲੁੱਟ ਚੋਂ ਤਕੜਾ ਹਿੱਸਾ ਵੰਡਾ ਕੇ ਉਸਦਾ ਵਾਹਵਾ ਭਾਰ ਹੌਲਾ ਕਰ ਦਿੱਤਾ। ਚਨਾਬ ਦੇ ਕੰਢੇ ਤਾਂ ਸਿੰਘਾਂ ਬੜੇ ਖੁੱਲ੍ਹ ਕੇ ਹੱਥ ਮਾਰੇ। ਲਗਭਗ ਸਾਰੇ ਲੜਕੇ ਲੜਕੀਆਂ ਅਤੇ ਕਾਰੀਗਰ ਵਗੈਰਾ ਆਜ਼ਾਦ ਕਰਵਾ ਲਏ। ਸਿੰਘਾਂ ਨਾਦਰ ਸ਼ਾਹ ਦਾ ਪਿੱਛਾ ਹਿੰਦੁਸਤਾਨ ਦੀ ਹੱਦ ਤੱਕ ਕੀਤਾ। ਉਹ ਉਦੋਂ ਹੀ ਮੁੜੇ ਜਦ ਦਰਿਆ ਸਿੰਧ ਟੱਪ ਗਿਆ। ਪੰਜਾਬ ਵਿੱਚੋਂ ਲੰਘਦੇ ਨੂੰ ਜ਼ਕਰੀਆ ਖਾਂ ਤੋਰਨ ਲਈ ਚਨਾਬ ਤੱਕ ਨਾਲ ਗਿਆ। ਸਿੰਘਾਂ ਨੇ ਹਮਲਾ ਕਰਕੇ ਨਾਦਰ ਸ਼ਾਹ ਦਾ ਨੱਕ 'ਚ ਦਮ ਕੀਤਾ ਹੋਇਆ ਸੀ। ਅੱਕੇ ਹੋਏ ਨਾਦਰ ਸ਼ਾਹ ਨੇ ਖਾਨ ਬਹਾਦਰ ਜ਼ਕਰੀਆ ਖਾਂ ਤੋਂ ਪੁੱਛਿਆ ਕਿ ਇਹ ਕਿਸ ਕੌਮ ਦੇ ਲੋਕ ਹਨ ਜਿਨ੍ਹਾਂ ਛਪੋਲ ਮਾਰ ਮੇਰੀ ਫੌਜ ਦਾ ਇੰਨਾ ਬੁਰਾ ਹਾਲ ਕੀਤਾ ਹੈ ਅਤੇ ਮੇਰਾ ਬਹੁਤ ਸਾਰਾ ਮਾਲ ਖੋਹ ਲਿਆ ਹੈ ਅਤੇ ਬਹੁਤ ਸਾਰੀਆਂ ਢੱਕਾਂ ਛੁਡਾ ਕੇ ਲੈ ਗਏ ਹਨ। ਬਿਲਕੁਲ ਵਹਿਸ਼ੀ ਕਿਸਮ ਦੇ ਲੋਕ ਹਨ, ਮੇਰਾ ਭੋਰਾ ਵੀ ਡਰ ਨਹੀਂ ਮੰਨਦੇ। ਜ਼ਕਰੀਆ ਖਾਂ ਨੇ ਉੱਤਰ ਦਿੱਤਾ, ਇਹ ਫਕੀਰਾਂ ਦਾ ਗਿਰੋਹ ਹੈ ਅਤੇ ਇਹਨਾਂ ਦਾ ਬਾਨੀ ਨਾਨਕ ਹੋਇਆ ਹੈ, ਜੋ ਬਹੁਤ ਮੁਅੱਜਿਆਂ ਦੀ ਤਾਕਤ ਰੱਖਦਾ ਸੀ। ਇਹ ਸਾਲ ਵਿੱਚ 2 ਵਾਰ ਕਿਤਿਓਂ ਨਜ਼ਰ ਆਉਂਦੇ ਹਨ ਅਤੇ ਅੰਮ੍ਰਿਤਸਰ ਦੇ ਮੁਕੱਦਸ ਹੌਜ਼ ਵਿੱਚ ਇਸ਼ਨਾਨ ਕਰਕੇ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੇ ਹਨ। ਨਾਦਰ ਸ਼ਾਹ ਨੇ ਫਿਰ ਪੁੱਛਿਆ ਕਿ ਇਹਨਾਂ ਦੇ ਘਰ ਘਾਟ ਕਿੱਥੇ ਹਨ? ਦੱਸੋ, ਮੈਂ ਜਾ ਕੇ ਢਾਹ ਕੇ ਜ਼ਮੀਨ ਵਿੱਚ ਮਿਲਾ ਦਿਆਂ। ਜ਼ਕਰੀਆ ਖਾਨ ਨਿਮਰਤਾ ਨਾਲ ਬੋਲਿਆ, ਜਨਾਬ, ਘੋੜਿਆਂ ਦੀਆਂ ਕਾਠੀਆਂ ਹੀ ਇਹਨਾਂ ਦੇ ਘਰ ਹਨ। ਘੋੜਿਆਂ ਤੇ ਹੀ ਸੌਂ ਲੈਂਦੇ ਹਨ। ਨਮਕੀਨ ਜਾਂ ਮਿੱਠੀਆਂ ਚੀਜ਼ਾਂ ਦੇ ਖਾਹਿਸ਼ਮੰਦ ਨਹੀਂ। ਜੰਗਲਾਂ ਵਿੱਚ ਉੱਗਿਆ ਕੰਦ ਮੂਲ ਖਾ ਕੇ ਨਿਰਬਾਹ ਕਰ ਲੈਂਦੇ ਹਨ। 100 ਕੋਹ ਦੇ ਪੈਦਲ ਪੰਧ ਨੂੰ ਤੁੱਛ ਸਮਝਦੇ ਹਨ। ਨਾਦਰ ਸ਼ਾਹ ਦਾ ਅਗਲਾ ਸਵਾਲ ਸੀ। ਖਾਨ ਬਹਾਦਰ ਨੇ ਨੀਵੀਂ ਪਾ ਕੇ ਦੱਬੀ ਜ਼ਬਾਨ ਨਾਲ ਆਖਿਆ, ਹਜ਼ੂਰ, ਇਹ ਸਭ ਕੁਝ ਸਾਥ ਹੀ ਖੋਹ ਖਿੰਝ ਲੈਂਦੇ ਹਨ। ਕਿਆਮਤ ਦੇ ਅਸਾਰ ਨਜ਼ਰ ਆ ਰਹੇ ਹਨ। ਨਾਦਰ ਸ਼ਾਹ ਨੇ ਪਲ ਕੁ ਸੋਚ ਕੇ ਕਿਹਾ, ਇਸ ਕੌਮ ਪਾਸੋਂ ਬਾਦਸ਼ਾਹੀ ਦੀ ਬੂ ਆਉਂਦੀ ਹੈ। ਆਪਣਾ ਫਿਕਰ ਕਰ ਲਵੋ, ਉਹ ਦਿਨ ਦੂਰ ਨਹੀਂ ਜਦ ਇਹ ਤੁਹਾਥੋਂ ਮੁਲਕ ਅਤੇ ਹਕੂਮਤ ਖੋਹ ਲੈਣਗੇ। ਨਾਦਰ ਸ਼ਾਹ ਦੀ ਕੀਤੀ ਭਵਿੱਖਬਾਣੀ ਛੇਤੀ ਹੀ ਸੱਚ ਸਾਬਿਤ ਹੋ ਗਈ। ਜ਼ਕਰੀਆ ਖਾਨ ਦਾ ਕਰੋਧ। ਨਾਦਰ ਸ਼ਾਹ ਨੇ ਜੋ ਝਾੜ ਜ਼ਕਰੀਆ ਖਾਨ ਨੂੰ ਪਾਈ, ਉਸ ਨੇ ਉਸ ਦੇ ਗੁੱਸੇ ਦੀ ਅੱਗ ਨੂੰ ਪ੍ਰਚੰਡ ਕਰ ਦਿੱਤਾ। ਸਭ ਕਾਰਦਾਰਾਂ, ਆਮਲਾਂ, ਨੰਬਰਦਾਰਾਂ ਨੂੰ ਸਖਤ ਹੁਕਮ ਚਾੜੇ ਕਿ ਜਿੱਥੇ ਸਿੱਖ ਹੋਵੇ ਥਾਂ ਤੇ ਹੀ ਮਾਰ ਦਿਓ। ਇਹਨਾਂ ਦੇ ਘਰ ਘਾਟ ਅਤੇ ਫਸਲਾਂ ਫੂਕ ਦਿਓ। ਕੋਈ ਸ਼ਖਸ ਇਹਨਾਂ ਨੂੰ ਪਨਾਹ ਨਾ ਦੇਵੇ। ਗਸ਼ਤੀ ਫੌਜਾਂ ਦਾ ਕੰਮ ਹੋਰ ਤੇਜ਼ ਕੀਤਾ।
ਸ਼੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਤੇ ਪਾਬੰਦੀ ਲਾ ਦਿੱਤੀ। ਮੰਡਿਆਲੀ ਪਿੰਡ ਦਾ ਮੱਸਾ ਰੰਘੜ ਫੌਜਦਾਰ ਸੀ ਅਤੇ ਸ਼੍ਰੀ ਅੰਮ੍ਰਿਤਸਰ ਉਸ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਸੀ। ਉਸਨੇ ਸ਼੍ਰੀ ਅੰਮ੍ਰਿਤਸਰ ਨੂੰ ਪੂਰੀ ਤਰ੍ਹਾਂ ਘੇਰ ਲਿਆ। ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਕਬਜ਼ਾ ਕਰਕੇ ਉੱਥੇ ਹੈੱਡਕੁਆਰਟਰ ਬਣਾ ਲਿਆ। ਸਰੋਵਰ ਨੂੰ ਪੂਰਨ ਦਾ ਹੁਕਮ ਦੇ ਕੇ ਹਰਿਮੰਦਰ ਸਾਹਿਬ ਵਿੱਚ ਵੇਸਵਾ ਦਾ ਨਾਚ ਮੁਜਰਾ ਸ਼ੁਰੂ ਕਰ ਦਿੱਤਾ। ਪਰਿਕਰਮਾ ਵਿੱਚ ਹੀ ਗਊਆਂ ਹਲਾਲ ਹੁੰਦੀਆਂ ਅਤੇ ਰਿਝਦੀਆਂ ਅਤੇ ਦਾਰੂ ਦੇ ਜਾਮ ਉੱਡਦੇ। ਕਿਹੜਾ ਕੁਕਰਮ ਸੀ ਜੋ ਉੱਥੇ ਨਹੀਂ ਸੀ ਹੋ ਰਿਹਾ। ਇਹ ਨਿੱਤ ਦਾ ਤਮਾਸ਼ਾ ਬਣ ਗਿਆ। ਮੱਸੇ ਰੰਘੜ ਨੂੰ ਕਰਨੀ ਦਾ ਫਲ। ਇਸ ਵੇਲੇ ਬਹੁਤ ਸਿੰਘ ਮਾਲਵੇ ਅਤੇ ਬੀਕਾਨੇਰ ਵੱਲ ਨਿਕਲੇ ਗਏ ਸਨ। ਕਈਆਂ ਨੇ ਉੱਧਰ ਜਾ ਕੇ ਨੌਕਰੀਆਂ ਕੀਤੀਆਂ। ਮੱਸੇ ਰੰਘੜ ਵੱਲੋਂ ਕੀਤੀ ਆ ਰਹੀ ਅੱਤ ਦੀ ਖਬਰ ਬੀਕਾਨੇਰ ਬੁੱਢੇ ਜੋਹੜ ਜਾ ਪਹੁੰਚੀ। ਜਥੇਦਾਰ ਬੁੱਢਾ ਸਿੰਘ ਤਰਨਾ ਦਲ ਦੇ 2 ਧਰਮਵੀਰ ਸਰਦਾਰ ਮਤਾਬ ਸਿੰਘ ਅਤੇ ਸੁੱਖਾ ਸਿੰਘ ਬੀੜਾਂ ਚੁੱਕ ਕੇ ਤੁਰੇ ਕਿ ਜਾਂ ਰੰਘੜ ਦਾ ਸਿਰ ਵੱਢ ਕੇ ਇੱਥੇ ਲਿਆਵਾਂਗੇ ਜਾਂ ਉੱਥੇ ਹੀ ਸ਼ਹੀਦੀ ਪਾ ਜਾਵਾਂਗੇ। ਪਿੰਡ ਵੱਡੇ ਸਭਰਾਵਾਂ ਲਾਗੋਂ ਠੀਕਰੀਆਂ ਗੋਲ ਕਰਕੇ ਬੋਰੀਆਂ ਵਿੱਚ ਪਾ ਲਈਆਂ ਤੇ ਨੰਬਰਦਾਰਾਂ ਦਾ ਭੇਸ ਬਣਾ ਲਿਆ ਕਿ ਮੱਸੇ ਰੰਘੜ ਨੂੰ ਆਪਣੇ ਪਿੰਡੋਂ ਮਾਮਲਾ ਤਾਰਨ ਚੱਲੇ ਹਾਂ। ਘੋੜੀਆਂ ਉੱਤੇ ਚੜੇ, ਲਾਚੀ ਬੇਰ ਪਾਸ ਜਾ ਉਤਰੇ ਅਤੇ ਘੋੜੇ ਇੱਥੇ ਹੀ ਬੇਰੀ ਨਾਲ ਬੰਨ੍ਹ ਦਿੱਤੇ। ਉਹਨਾਂ ਨੇ ਕੇਸ ਮੁਸਲਮਾਨ ਜ਼ਿਮੀਂਦਾਰਾਂ ਵਾਂਗ ਕੇਸ ਪਿਛਾਂਹ ਸੁੱਟ ਕੇ ਮੜਾਸੇ ਮਾਰੇ ਹੋਏ ਸਨ। ਕਿਸੇ ਸ਼ੱਕ ਨਾ ਕੀਤਾ। ਉਹਨਾਂ ਰਵਾ ਰਵੀ ਜਾ ਕੇ ਬੋਰੀਆਂ ਮੱਸੇ ਰੰਘੜ ਦੇ ਪਲੰਘ ਹੇਠ ਜਾਣ-ਬੁੱਝ ਕੇ ਰੱਖ ਦਿੱਤੀਆਂ। ਆਪ ਲਾਗੇ ਹੋ ਕੇ ਖੜੇ ਹੋ ਗਏ। ਵੇਸਵਾ ਨੱਚ ਰਹੀ ਸੀ ਅਤੇ ਮਹਿਫਲ ਭਖੀ ਹੋਈ ਸੀ। ਉੱਘੇ ਸ਼ਹਿਰੀ ਅੰਦਰ ਬੈਠੇ ਨਾਚ ਗਾਣੇ ਦਾ ਸਰੂਰ ਲੈ ਰਹੇ ਸਨ। ਰੰਘੜ ਨਸ਼ੇ ਵਿੱਚ ਧੁੱਤ ਮੰਜੇ ਤੇ ਬੈਠਾ ਸੀ। ਪਲ ਕੁ ਪਿੱਛੋਂ ਪਲੰਘ ਤੋਂ ਸਿਰ ਹੇਠਾਂ ਝੁਕਾ ਕੇ ਹੱਥ ਨਾਲ ਟੋਹ ਕੇ ਵੇਖਣ ਲੱਗਾ ਕਿ ਬੋਰੀਆਂ ਵਿੱਚ ਕੀ ਹੈ। ਬਸ ਸਿੰਘ ਇਸੇ ਸਮੇਂ ਦੀ ਉਡੀਕ ਵਿੱਚ ਸਨ। ਸਰਦਾਰ ਮਤਾਬ ਸਿੰਘ ਨੇ ਇੱਕ ਐਸਾ ਹੱਥ ਤਲਵਾਰ ਦਾ ਮਾਰਿਆ ਕਿ ਵੱਢਿਆ ਸਿਰ ਨੱਚਦੀ ਕੰਜਰੀ ਦੇ ਪੈਰਾਂ ਲਾਗੇ ਜਾ ਡਿੱਗਾ। ਜੋ ਸਰੋਤੇ ਬੈਠੇ ਸਨ ਉਹਨਾਂ ਨੂੰ ਵੀ ਮੌਤ ਦੇ ਜਾਮ ਛਕਾ ਦਿੱਤੇ। ਜਨਾਨੀ ਕਰਕੇ ਵੇਸਵਾ ਨੂੰ ਕੁਝ ਨਹੀਂ ਕਿਹਾ। ਸਿਰ ਚੁੱਕ ਕੇ ਭੂਰੇ ਵਿੱਚ ਲਪੇਟ ਲਿਆ। ਹਰਿਮੰਦਰ ਸਾਹਿਬ ਦਾ ਦਰਵਾਜ਼ਾ ਬੰਦ ਕਰਕੇ ਲਾਚੀ ਬੇਰੀ ਨਾਲੋਂ ਘੋੜੇ ਸਵਾਰ ਖੋਲ੍ਹ ਕੇ ਆਓ ਗਏ। ਜਦ ਤੀਕ ਛੋਟੇ ਅਫਸਰਾਂ ਨੂੰ ਪਤਾ ਲੱਗਾ ਕਿ ਕੀ ਘਟਨਾ ਵਾਪਰ ਗਈ ਹੈ, ਉਦੋਂ ਤੱਕ ਕਰਨੀ ਕਰਨ ਵਾਲੇ ਬਹੁਤ ਦੂਰ ਜਾ ਚੁੱਕੇ ਸਨ। ਸਿੰਘ ਮੱਸੇ ਰੰਘੜ ਦਾ ਸਿਰ ਲੈ ਕੇ ਬੀਕਾਨੇਰ ਪਹੁੰਚ ਗਏ। ਜਦ ਸਿੰਘ ਮੱਸੇ ਰੰਘੜ ਦਾ ਸਿਰ ਲੈ ਕੇ ਅੰਮ੍ਰਿਤਸਰੋਂ ਨਿਕਲੇ ਤਾਂ ਖਬਰ ਲੱਗਣ ਤੇ ਦਰਬਾਰ ਸਾਹਿਬ ਨੂੰ ਘੇਰਾ ਪਾਈ ਬੈਠੀ ਫੌਜ ਦੇ ਘੋੜਸਵਾਰਾਂ ਨੇ ਕਾਤਲਾਂ ਨੂੰ ਫੜਨ ਲਈ ਮਗਰ ਧਾਈ ਕੀਤੀ ਅਤੇ ਵਾਹੋ-ਦਾਹੀ ਪਿੰਡ ਕਦ ਤੱਕ ਫੜ ਲਓ ਮਾਰ ਲਓ ਦੇ ਲਾਲਾ ਕਰਦੇ ਆਏ, ਪਰ ਸਿੰਘਾਂ ਦੇ ਤਰੰਗਾਂ ਨੂੰ ਮਿਲ ਨਾ ਸਕੇ। ਕਦ ਤੋਂ ਅੱਗੇ ਡਾਢਾ ਸੰਘਣਾ ਜੰਗਲ ਸੀ। ਦੂਜੀ ਗੱਲ ਵੱਡੀ ਵਿੱਥ ਦੀ ਸੀ ਜੋ ਹਰ ਪਲ ਵੱਧਦੀ ਜਾਂਦੀ ਸੀ। ਕਦ ਲਾਗੇ ਆ ਕੇ ਕੋਈ ਪਤਾ ਨਾ ਲੱਗੇ ਕਿ ਅੱਗੇ ਜਾਣ ਵਾਲੇ ਦੋਵੇਂ ਕਿੱਧਰ ਗਏ। ਸਿੰਘਾਂ ਮਗਰ ਸੰਘਣੇ ਜੰਗਲ ਵਿੱਚ ਫੜਨ ਦਾ ਕਿਸੇ ਨੂੰ ਹੀਆ ਨਾ ਪਿਆ। ਫੌਜੀ ਦਸਤਾ ਝੱਖ ਮਾਰ ਕੇ ਵਾਪਸ ਮੁੜ ਗਿਆ। ਸਰਦਾਰ ਸੁੱਖਾ ਸਿੰਘ ਅਤੇ ਮਤਾਬ ਸਿੰਘ ਚੋਲੇ ਥਾਣੀ ਹੁੰਦੇ ਹੋਏ ਸਭਰਾਵਾਂ ਪਿੰਡ ਲਾਗੇ ਜਾ ਟਿਕੇ। ਅਗਲੀ ਸਵੇਰ ਘੋੜੇ ਦਰਿਆ ਵਿੱਚ ਸੁੱਟੇ, ਪਾਰ ਹੋ ਕੇ ਮਾਲਵੇ ਦੀ ਧਰਤੀ ਵਿੱਚ ਜਾ ਵੜੇ ਅਤੇ ਮੰਜ਼ਲਾਂ ਮਾਰਦੇ ਹੋਏ ਹਨੂੰਮਾਨਗੜ੍ਹ ਰਾਤ ਟਿਕ ਕੇ ਦਿਨ ਬੁੱਢੇ ਜੋਹੜ ਦੇ ਸਥਾਨ ਤੇ ਜਿੱਥੇ ਜਥੇਦਾਰ ਬੁੱਢਾ ਸਿੰਘ ਦਾ ਦਲ ਟਿਕਿਆ ਹੋਇਆ ਸੀ ਅਤੇ ਜਿੱਥੋਂ ਇਹ ਦੋਵੇਂ ਮੱਸੇ ਰੰਘੜ ਨੂੰ ਸੋਧਣ ਲਈ ਰਵਾਨਾ ਹੋਏ ਸਨ, ਜਾ ਜਕਾਰੇ ਛੱਡੇ। ਵਲੇਟੇ ਹੋਏ ਭੂਰੇ ਚੋਂ ਮੱਸੇ ਰੰਘੜ ਦਾ ਸਿਰ ਕੱਢ ਕੇ ਜਥੇਦਾਰ ਮੂਹਰੇ ਰੱਖ ਦਿੱਤਾ। ਇਹਨਾਂ 2 ਸਿੰਘਾਂ ਦੇ ਇਸ ਮਹਾਨ ਕਾਰਨਾਮੇ ਤੇ ਸਾਰਿਆਂ ਧੰਨ ਕਿਹਾ। ਸਾਰੇ ਖੁਸ਼ ਸਨ ਕਿ ਪਾਪੀ ਨੂੰ ਕਾਲੀ ਕਰਤੂਤ ਦਾ ਫਲ ਮਿਲਿਆ। ਜੋ ਵਾਹਿਗੁਰੂ ਨੂੰ ਅੰਗ ਸੰਗ ਮੰਨ ਕੇ ਸਿਰ ਤਲੀ ਤੇ ਧਰ ਕੇ ਆਪਣੇ ਇਸ਼ਟ ਦੇ ਲੇਖੇ ਲੱਗਣ ਗਏ ਸਨ, ਉਹ ਸੁਰਖਰੂ ਹੋ ਕੇ ਪਰਤੇ। ਸਾਰਿਆਂ ਸਿੰਘਾਂ ਗੁਰਮਤਾ ਕਰਕੇ ਮੱਸੇ ਰੰਘੜ ਦਾ ਸਿਰ ਅੱਗ ਵਿੱਚ ਸਾੜ ਦਿੱਤਾ। ਜਿਸ ਥਾਂ ਉੱਤੇ ਇਸ ਦੁਸ਼ਟ ਆਤਮਾ ਦਾ ਨਪਾਕ ਸਿਰ ਸਾੜਿਆ ਗਿਆ, ਲਾਗੇ ਖੜਾ ਜੰਡ ਦਾ ਰੁੱਖ ਅੱਜ ਵੀ ਗਵਾਹੀ ਭਰਦਾ ਹੈ। ਬੁੱਢਾ ਜੌਹੜ ਦਾ ਪਹਿਲਾ ਨਾਂਉ ਮਹਿਕਮਾ ਮਾਲ ਦੇ ਕਾਗਜ਼ਾਂ ਵਿੱਚ ਬੁੱਢੀ ਜੌਹੜੀ ਸੀ। ਜਦ ਸਿੰਘ ਪੰਜਾਬ ਵੱਲੋਂ ਇਸ ਪਾਸੇ ਅਬਦੁਸ ਸਮਦ ਖਾਂ ਸੂਬਾ ਲਾਹੌਰ ਦੀ ਸਖਤਾਈ ਕਾਰਨ ਦਿਨ ਕਟੀ ਕਰਨ ਆਏ ਤਾਂ ਇਸ ਤਕੜੀ ਢਾਬ ਦੇ ਕੰਢੇ ਆਣ ਟਿਕੇ। ਇਹ ਪਾਣੀ ਦਾ ਬੜਾ ਵੱਡਾ ਜ਼ਖੀਰਾ ਸੀ ਅਤੇ ਮਾਰੂਥਲਾਂ ਵਿੱਚ ਇਹ ਪਾਣੀ ਸਮਝੋ ਆਬੇ ਹਯਾਤ ਦੇ ਤੁਲ ਸੀ। ਚੁਫੇਰੇ ਦੀ ਧਰਤੀ ਬਹੁਤ ਉੱਚੀ ਹੈ ਅਤੇ ਢਾਬ ਵਾਲੀ ਥਾਂ ਬਹੁਤ ਨਿਵਾਣ ਵਿੱਚ ਹੈ।
ਚੁਫੇਰੇ ਬਾਰਿਸ਼ਾਂ ਦਾ ਪਾਣੀ ਇੱਥੇ ਆਣ ਕੇ ਇਕੱਠਾ ਹੁੰਦਾ ਹੈ। ਉਸ ਵੇਲੇ ਉੱਥੇ ਜੰਡ, ਕਰੀਰ, ਅੱਕ, ਕਿੱਕਰ, ਰੇਰੂ, ਵਣ ਆਦਿ ਬੜੇ ਸੰਘਣੇ ਰੁੱਖ ਸਨ। ਸਾਰਾ ਸਾਲ ਇੱਥੇ ਪਾਣੀ ਦੀ ਟੋਹ ਨਾ ਆਉਂਦੀ ਅਤੇ ਸੰਘਣੇ ਰੁੱਖ ਬੂਟੇ ਇੱਕ ਚੰਗੀ ਕੁਦਰਤੀ ਆਸਰਾ ਸੀ। ਇਹ ਵੀ ਲੱਖੀ ਜੰਗਲ ਵਰਗਾ ਹੀ ਗੁਰੀਲੇ ਲੜਾਕੂ ਦੀ ਆਰਾਮਗਾਹ ਅਤੇ ਗੁਰੀਲਾ ਯੁੱਧ ਲਈ ਸਿਖਲਾਈ ਕੇਂਦਰ ਸੀ। ਪਹਿਲੇ ਪੁਰਾਤਨ ਸਿੰਘਾਂ ਨੇ ਇਸ ਦਾ ਨਾਂ ਬੁੱਢੀ ਜੌਹੜੀ ਤੋਂ ਬਦਲ ਕੇ ਚੜ੍ਹਦੀ ਕਲਾ ਵਾਲਾ ਨਾਂ ਬੁੱਢਾ ਜੌਹੜ ਰੱਖਿਆ, ਜੋ ਅੱਜ ਵੀ ਇਸੇ ਨਾਂ ਨਾਲ ਪ੍ਰਸਿੱਧ ਹੈ ਅਤੇ ਸਰਕਾਰੀ ਕਾਗਜ਼ਾਂ ਵਿੱਚ ਵੀ ਇਹੋ ਨਾਂ ਪ੍ਰਚਲਿਤ ਹੈ। ਬੁੱਢਾ ਜੌਹੜ ਦਾ ਗੁਰਦੁਆਰਾ ਸਾਹਿਬ ਢਾਬ ਤੋਂ ਲਗਭਗ 1 ਕਿਲੋਮੀਟਰ ਹਟ ਕੇ ਉੱਚੇ ਸਥਾਨ ਤੇ ਸੁਭਾਏਮਾਨ ਹੈ। ਆਕਾਰ ਵਿੱਚ ਬਹੁਤ ਵੱਡੀ ਅਤੇ ਆਲੀਸ਼ਾਨ ਇਮਾਰਤ ਹੈ। ਸਰੋਵਰ ਜ਼ਮੀਨ ਦੀ ਸਤ੍ਹਾ ਤੋਂ ਬਹੁਤ ਉੱਚਾ ਹੈ। ਯਾਤਰੂਆਂ ਦੀ ਰਿਹਾਇਸ਼ ਦਾ ਬਹੁਤ ਵਧੀਆ ਬੰਦੋਬਸਤ ਹੈ। ਹਰ ਵਕਤ ਅਟੁੱਟ ਲੰਗਰ ਵਰਤਦਾ ਹੈ। ਬੜੇ ਉਦਮੀ ਅਤੇ ਅਭਿੱਜ ਬਿਰਤੀ ਵਾਲੇ ਬਾਬਾ ਜੀ ਸੇਵਾ ਸੰਭਾਲ ਰਹੇ ਹਨ। ਇਹਨਾਂ ਤੋਂ ਪਹਿਲਾਂ ਸਵਰਗੀ ਸੰਤ ਫਤਿਹ ਸਿੰਘ ਜੀ ਇਹ ਸੇਵਾ ਨਿਭਾਉਂਦੇ ਰਹੇ ਸਨ ਅਤੇ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਉਹ ਆਪਣੀ ਥਾਂ ਆਪਣੇ ਭਰੋਸੇਯੋਗ ਸਿੰਘ ਦੀ ਸੌਂਪਣਾ ਵਿੱਚ ਇਸ ਮਹਾਨ ਇਤਿਹਾਸਿਕ ਥਾਂ ਨੂੰ ਦੇ ਕੇ ਪੰਜਾਬ ਆ ਗਏ ਅਤੇ ਫਿਰ ਹਾਲਾਤ ਨੇ ਉਹਨਾਂ ਨੂੰ ਵਾਪਸ ਨਾ ਜਾਣ ਦਿੱਤਾ। ਚੁਫੇਰੇ ਬਿਸ਼ਨੋਈਆਂ ਦੇ ਪਿੰਡ ਹਨ। ਇਹ ਲੋਕ ਜਿੰਨਾ ਚਿਰ ਸਿੱਖ ਇਤਿਹਾਸ ਤੋਂ ਅਭਿੱਜ ਰਹੇ ਸਿੰਘਾਂ ਨੂੰ ਕੋਈ ਮਿਲਵਰਤਨ ਨਹੀਂ ਸੀ ਦਿੰਦੇ, ਪਰ ਸਹਿਜੇ ਸਹਿਜੇ ਜਦ ਸੂਝ ਪਈ ਤਾਂ ਸ਼ਰਧਾ ਵਧੀ। ਹੁਣ ਕਾਫੀ ਲੋਕ ਬੜੇ ਸਤਿਕਾਰ ਨਾਲ ਦਰਸ਼ਨਾਂ ਨੂੰ ਆਉਂਦੇ ਹਨ। ਹਰ ਮਹੀਨੇ ਮੱਸਿਆ ਬਹੁਤ ਭਰਦੀ ਹੈ। ਗੁਰਦੁਆਰਾ ਸਾਹਿਬ ਤੋਂ ਲਹਿੰਦੇ ਵਿੱਚ 1.25 ਕਿਲੋਮੀਟਰ ਦੀ ਵਿੱਥ ਤੇ ਸ਼ਿਵਜੀ ਦਾ ਮੰਦਿਰ ਹੈ। ਇਹ ਬਿਲਕੁਲ ਢਾਬ ਦੇ ਕੰਢੇ ਤੇ ਹੈ। ਜਿਸ ਜੰਡ ਦੇ ਰੁੱਖ ਲਾਗੇ ਮੱਸੇ ਦਾ ਸਿਰ ਸਾੜਿਆ ਗਿਆ ਸੀ, ਜੋ ਕਾਫੀ ਉਮਰ ਦਾ ਹੋ ਚੁੱਕਾ ਸੀ, ਉਹ ਕੁਝ ਸਾਲ ਹੋਏ ਤੇਜ਼ ਹਨੇਰੀ ਕਰਕੇ ਡਿੱਗ ਪਿਆ ਸੀ। ਉਸ ਨਿਸ਼ਾਨੀ ਨੂੰ ਕਾਇਮ ਰੱਖਣ ਲਈ ਸਿੰਘਾਂ ਨੇ ਉੱਥੇ ਇੱਕ ਹੋਰ ਜੰਡ ਦਾ ਬੂਟਾ ਲਾ ਦਿੱਤਾ ਸੀ, ਜੋ ਹੁਣ ਕਾਫੀ ਤਕੜਾ ਹੋ ਚੁੱਕਾ ਹੈ। ਇਲਾਕੇ ਦੇ ਲੋਕਾਂ ਨੇ ਜਦ ਇਸ ਪੁਰਾਣੇ ਰੁੱਖ ਦੀ ਇਤਿਹਾਸਿਕ ਮਹੱਤਤਾ ਸੁਣੀ ਤਾਂ ਸਿੰਘਾਂ ਦੇ ਜੌਹਰਾਂ ਵੱਲ ਉਹ ਵੀ ਆਕਰਸ਼ਿਤ ਹੋਏ। ਉਹਨਾਂ ਸੁਣਿਆ ਕਿ ਕਿਵੇਂ ਇਸ ਥਾਂ ਤੋਂ 2 ਸਿੰਘ ਪੰਜਾਬ ਵੱਲ ਗਏ ਅਤੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੁਸਲਿਮ ਫੌਜਦਾਰ ਦਾ ਫੌਜ ਦੇ ਪਹਿਰੇ ਵਿੱਚੋਂ ਸਿਰ ਵੱਢ ਕੇ ਇੱਥੇ ਲਿਆਂਦਾ ਸੀ ਅਤੇ ਇਸ ਜੰਡ ਲਾਗੇ ਸਾੜਿਆ। ਜਦ ਕਿਸੇ ਦੇ ਘਰ ਬੱਚਾ ਪੈਦਾ ਹੁੰਦਾ ਤਾਂ ਘਰ ਦਾ ਕੋਈ ਜੀ ਆਣ ਕੇ ਉਸ ਜੰਡ ਨਾਲੋਂ ਭੋਰਾ ਮਾਸਾ ਸੱਕ ਜਾਂ ਲੱਕੜੀ ਦਾ ਛੋਟਾ ਜਿਹਾ ਟੁਕੜਾ ਲਾਹ ਕੇ ਲੈ ਜਾਂਦਾ ਅਤੇ ਉਸ ਨੂੰ ਤਾਵੀਜ਼ ਵਾਂਗ ਨਵ ਜੰਮੇ ਬੱਚੇ ਦੇ ਗਲ ਪਾ ਦਿੰਦਾ, ਤਾਂ ਕਿ ਉਸ ਦਾ ਬੱਚਾ ਵੀ ਭਾਈ ਮਤਾਬ ਸਿੰਘ, ਸੁੱਖਾ ਸਿੰਘ ਵਾਂਗ ਧਰਮ ਰੱਖਿਅਕ ਯੋਧਾ ਹੋਵੇ। ਅੱਜ ਤੋਂ ਕੋਈ 16 ਕੁ ਸਾਲ ਪਹਿਲਾਂ ਜਦ ਮੈਂ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਨੂੰ ਗਿਆ ਸਾਂ, ਤਦ ਉੱਥੇ ਇੱਕ ਨਿਹੰਗ ਸਿੰਘ ਰਣਜੀਤ ਸਿੰਘ ਨਾਂ ਦਾ ਸੀ, ਜੋ ਬੁੱਢਾ ਦਲ ਦੇ ਪੜਾਅ ਲਾਗੇ ਬਣੇ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਸੀ। ਇਹ ਗੁਰਦੁਆਰਾ ਮੇਨ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਬਣਿਆ ਹੋਇਆ ਹੈ। ਉਸ ਸੇਵਾਦਾਰ ਨਿਹੰਗ ਸਿੰਘ ਨੇ ਇਲਾਕੇ ਦੇ ਲੋਕਾਂ ਦੀ ਇਹ ਮਨੌਤ ਮੈਨੂੰ ਦੱਸੀ। ਪਹਿਲੇ ਜੰਡ ਨੂੰ ਡਿੱਗਣ ਤੋਂ ਬਾਅਦ ਉਹ ਇਸ ਸਥਾਨ ਤੇ ਲੈ ਆਏ ਸਨ ਅਤੇ ਉੱਥੇ ਉਸ ਵੇਲੇ ਨਵਾਂ ਲੱਗਾ ਹੋਇਆ ਬੂਟਾ ਵੀ ਵਿਖਾਇਆ ਸੀ। ਆਦਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਜੀਵਨ ਆਧਾਰ ਅਤੇ ਮੁਕਤੀ ਦਾ ਗਾਡੀ ਰਾਹ ਹੈ। ਸਾਰੀ ਮਨੁੱਖਤਾ ਲਈ ਇਹ ਚਾਨਣ ਮੁਨਾਰਾ ਹੈ। ਖਾਲਸੇ ਦੀ ਵਿਲੱਖਣਤਾ, ਧਰਮ ਵੀਰਤਾ, ਧਰਮ ਦੀ ਕਮਾਈ, ਵੰਡ ਛਕਣ, ਗਰੀਬ ਮਜ਼ਲੂਮ ਦੀ ਰੱਖਿਆ, ਨਿਰਭੈਤਾ, ਅਣਖੀ ਜੀਵਨ, ਪ੍ਰੇਮ ਪਿਆਰ ਅਤੇ ਸਰਬੱਤ ਦੇ ਭਲੇ ਲਈ ਤਤਪਰ ਰਹਿਣ ਦਾ ਸਰੋਤ ਹੈ। ਕਿੰਨਾ ਚੰਗਾ ਹੁੰਦਾ ਜੇ ਸਹੀ ਪ੍ਰਚਾਰ ਰਾਹੀਂ ਬਿਸ਼ਨੋਈ ਲੋਕਾਂ ਨੂੰ ਜੰਡ ਦੀ ਥਾਂ ਭਾਈ ਮਤਾਬ ਸਿੰਘ, ਸੁੱਖਾ ਸਿੰਘ ਦੀ ਬਹਾਦਰੀ ਦੇ ਅਸਲੀ ਸਰੋਤ ਭਾਵ ਗੁਰੂ ਗ੍ਰੰਥ ਸਾਹਿਬ ਤੋਂ ਸਿੱਖ ਇਤਿਹਾਸ ਨਾਲ ਜੋੜਿਆ ਜਾਂਦਾ। ਜਿਉਂਦੀਆਂ ਕੌਮਾਂ ਕਦੀ ਨਹੀਂ ਸਹਾਰਦੀਆਂ ਕਿ ਕੋਈ ਉੱਠ ਕੇ ਉਹਨਾਂ ਦੇ ਧਰਮ ਅਸਥਾਨਾਂ ਦਾ ਅਪਮਾਨ ਕਰੇ। ਜੇ ਕੋਈ ਹੈਂਕੜ ਵਿਖਾਵੇ ਤਾਂ ਉਸ ਨੂੰ ਸਜ਼ਾ ਦੇਣੀ ਵੀ ਉਹ ਜਾਣਦੀਆਂ ਹਨ। ਮੱਸੇ ਰੰਗੜ ਦੇ ਕਤਲ ਦੀ ਘਟਨਾ ਨੇ ਸਾਰੇ ਪੰਜਾਬ ਵਿੱਚ ਥਲਕਾ ਮਚਾ ਦਿੱਤਾ। ਮੁਗਲ ਅਫਸਰਸ਼ਾਹੀ ਅਤੇ ਚੁਗਲਾਂ ਦੇ ਦਿਲ ਹਿਲਾ ਦਿੱਤੇ। ਉਹ ਸਮਝਣ ਲੱਗ ਪਏ ਕਿ ਸਾਡੇ ਕੀਤੇ ਕੁਕਰਮਾਂ ਅਤੇ ਪਾਪਾਂ ਦੀ ਸਜ਼ਾ ਮੱਸਾ ਰੰਗੜ ਵਾਂਗ ਇੱਕ ਦਿਨ ਸਾਨੂੰ ਵੀ ਮਿਲ ਸਕਦੀ ਹੈ। ਇੱਥੋਂ ਤੱਕ ਕਿ ਸੂਬੇਦਾਰ ਜ਼ਕਰੀਆ ਖਾਂ ਦਾ ਦਿਲ ਵੀ ਅੰਦਰੋਂ ਕੰਬ ਗਿਆ। ਇਹ ਘਟਨਾ ਮੁਗਲ ਹਕੂਮਤ ਦੀ ਤਾਕਤ ਅਤੇ ਵਕਾਰ ਉੱਤੇ ਬੜੀ ਕਰਾਰੀ ਚੋਟ ਸੀ, ਜਿਸ ਕਰਕੇ ਖਾਨ ਬਹਾਦਰ ਅਤੇ ਉਸ ਦੀ ਦਿੱਲੀ ਵਾਲੇ ਮਾਲਕਾਂ ਨੇ ਕਦੀ ਸੋਚਿਆ ਵੀ ਨਹੀਂ ਸੀ। ਮੱਸੇ ਦਾ ਪਰਿਵਾਰ ਲਾਹੌਰ ਜਾ ਪਿੱਟਿਆ। ਮੱਸੇ ਰੰਗੜ ਦੀ ਬਿਨਾਂ ਸਿਰ ਤੋਂ ਲੋਥ ਚੁੱਕ ਕੇ ਲਾਹੌਰ ਲਿਜਾ
ਖਾਨ ਬਹਾਦਰ ਮੂਹਰੇ ਧਰ ਕੇ ਪਰਿਵਾਰ ਖੂਬ ਪਿੱਟਿਆ। ਧਾਈ ਮਾਰ ਫਰਿਆਦੀ ਹੋਇਆ ਕਿ ਤੁਹਾਡੇ ਹੁਕਮ ਦੀ ਪਾਲਣਾ ਕਰਦਾ ਇਹ ਮਾਰਿਆ ਗਿਆ ਹੈ। ਤੁਹਾਡੀ ਕੀ ਸ਼ਾਹੀ ਹੈ, ਕੀ ਰੌਹਬ ਅਤੇ ਕੀ ਡਰ ਹੈ। ਤੁਸੀਂ ਜਿਨ੍ਹਾਂ ਨੂੰ ਮਾਰ ਮੁਕਾਉਣ ਲਈ ਲੱਕ ਬੱਧਾ ਹੈ ਉਹ ਤਾਂ ਮਰਦੇ ਨਹੀਂ। ਅਣਿਆਈ ਮੌਤ ਸਾਡੇ ਸਿਰ ਆਣ ਪਈ ਹੈ। ਅਸੀਂ ਕਿਤਿਓਂ ਜੋਗੇ ਨਹੀਂ ਜਿੰਨਾ ਚਿਰ ਸਾਡਾ ਵੈਰੀ ਲੈ ਕੇ ਸਾਨੂੰ ਇਨਸਾਫ ਨਹੀਂ ਮਿਲਦਾ। ਖਾਨ ਬਹਾਦਰ ਨੂੰ ਸਭ ਤੋਂ ਜ਼ਿਆਦਾ ਗੁੱਸਾ ਇਲਾਕੇ ਦੇ ਚੌਧਰੀਆਂ ਤੇ ਆ ਰਿਹਾ ਸੀ, ਜੋ ਫੜਾ ਮਾਰਿਆ ਕਰਦੇ ਸਨ ਕਿ ਅਸਾਂ ਆਪਣੇ ਇਲਾਕਿਆਂ ਵਿੱਚੋਂ ਸਿੰਘ ਮਾਰ ਛੱਡੇ ਹਨ। ਸਿੰਘ ਕਿਧਰੇ ਦਿਸਦੇ ਸੁਣਦੇ ਨਹੀਂ। ਚੌਧਰੀਆਂ ਨੂੰ ਕੁਟਾਪਾ। ਇਲਾਕੇ ਦੇ ਸਾਰੇ ਚੌਧਰੀ ਲਾਹੌਰ ਸੱਦੇ ਗਏ। ਮੂਧੇ ਪਾ ਕੇ ਖੂਬ ਜੂਤ ਵਰਾਇਆ। ਬੜਾ ਗਾਲੀ ਗਲੋਚ ਹੋਇਆ। ਖਾਨ ਨੇ ਕਿਹਾ, ਮੈਨੂੰ ਤਾਂ ਤੁਸੀਂ ਕਹਿੰਦੇ ਸੌ ਕਿ ਇਲਾਕੇ 'ਚੋਂ ਸਿੰਘ ਮਾਰ ਮੁਕਾਏ ਹਨ, ਕੋਈ ਰਹਿਣ ਨਹੀਂ ਦਿੱਤਾ। ਦੱਸੋ ਇਹ ਤੁਹਾਡੇ ਜਵਾਈ ਕਿੱਥੋਂ ਆਏ ਹਨ। ਸੋ ਹੁਣ ਜਾਂ ਤਾਂ ਮੱਸੇ ਦੇ ਕਾਤਲ ਫੜਾ ਦਿਓ, ਨਹੀਂ ਤਾਂ ਉਸ ਦੇ ਖੂਨ ਦਾ ਬਦਲਾ ਤੁਹਾਡੇ ਸਿਰੋਂ ਪੂਰਾ ਹੋਵੇਗਾ। ਜੰਡਿਆਲੇ ਹਰਭਗਤ ਦੀ ਮੁਖਬਰੀ। ਚੌਧਰੀਆਂ ਬਹੁਤ ਮੱਥਾ ਮਾਰਿਆ, ਚੁਫੇਰੇ ਆਪਣੇ ਸੂਏ ਛੱਡੇ, ਪਰ ਕੋਈ ਪਤਾ ਨਾ ਲੱਗੇ। ਜੰਡਿਆਲੇ ਦਾ ਹਰਭਜਨ ਨਿਰੰਜਨੀਆ ਸਿੰਘਾਂ ਦਾ ਬੜਾ ਵੱਡਾ ਦੋਖੀ ਸੀ। ਉਸਨੇ ਇਸ ਕਤਲ ਦੀ ਸੂਹ ਕੱਢ ਕੇ ਲਾਹੌਰ ਜ਼ਕਰੀਆ ਖਾਨ ਪਾਸ ਜਾ ਚੁਗਲੀ ਕੀਤੀ ਕਿ ਚੌਧਰੀ ਮੱਸੇ ਦੇ ਕਾਤਲ ਮਤਾਬ ਸਿੰਘ ਮੀਰਾ ਕੋਟੀਆ ਅਤੇ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਹਨ। ਨੂਰਦੀਨ ਫੌਜਦਾਰ ਦੀ ਚੜ੍ਹਾਈ ਅਤੇ ਮੀਰਾ ਕੋਟ ਨੂੰ ਘੇਰਾ। ਖਾਨ ਬਹਾਦਰ ਨੇ ਨੂਰਦੀਨ ਫੌਜਦਾਰ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਫੌਰਨ ਮੀਰਾ ਕੋਟ ਜਾਵੋ ਅਤੇ ਮਤਾਬ ਸਿੰਘ ਦਾ ਬਾਲ ਬੱਚਾ ਪਕੜ ਕੇ ਇੱਥੇ ਪੇਸ਼ ਕਰੋ। ਨੂਰਦੀਨ ਨੇ ਆਪਣੀ ਫੌਜ ਅਤੇ ਚੌਧਰੀਆਂ ਦੀ ਧਾੜ ਲੈ ਕੇ ਮੀਰਾ ਕੋਟ ਨੂੰ ਘੇਰਿਆ। ਮੱਸੇ ਰੰਗੜ ਦੇ ਭਰਾ ਭਤੀਜੇ ਵੀ ਮਾਰੋ ਮਾਰ ਕਰਦੇ ਆ ਗਏ ਸਨ। ਇੱਥੋਂ ਦਾ ਚੌਧਰੀ ਨੱਥਾ ਖਹਿਰਾ ਸੀ। ਉਸਨੂੰ ਬੁਲਾ ਕੇ ਕਿਹਾ ਕਿ ਮਤਾਬ ਸਿੰਘ ਦਾ ਪੁੱਤਰ ਤੁਰੰਤ ਪੇਸ਼ ਕਰੋ। ਯਾਦ ਰਹੇ ਕਿ ਸਰਦਾਰ ਮਤਾਬ ਸਿੰਘ ਬੀਕਾਨੇਰ ਨੂੰ ਜਾਂਦਾ ਹੋਇਆ ਆਪਣੇ ਪੁੱਤਰ ਰਾਏ ਸਿੰਘ ਦੀ ਬਾਂਹ ਨੱਥੇ ਖਹਿਰੇ ਪਿੰਡ ਦੇ ਨੰਬਰਦਾਰ ਨੂੰ ਫੜਾ ਗਿਆ ਸੀ। ਨੱਥਾ ਖਹਿਰਾ ਬੜੇ ਦਿਲ ਗੁਰਦੇ ਵਾਲਾ ਆਦਮੀ ਸੀ। ਸਰਕਾਰ ਦੇ ਵਿਰੋਧੀ ਦਾ ਪੁੱਤਰ ਘਰ ਰੱਖ ਕੇ ਪਾਲਣਾ ਕੋਈ ਮਾਮੂਲੀ ਗੱਲ ਨਹੀਂ ਸੀ। ਉਸਨੇ ਬੜੀ ਨਿਮਰਤਾ ਨਾਲ ਅਰਜ਼ ਕੀਤੀ ਕਿ ਜੇ ਇਹ ਭਰੋਸਾ ਦਿਵਾਇਆ ਜਾਵੇ ਕਿ ਉਸ ਨਿਰਦੋਸ਼ ਬੱਚੇ ਨੂੰ ਬਾਪ ਦੀ ਵਜ੍ਹਾ ਕਰਕੇ ਸਜ਼ਾ ਨਹੀਂ ਦਿੱਤੀ ਜਾਵੇਗੀ ਤਾਂ ਮੈਂ ਪੇਸ਼ ਕਰਨ ਨੂੰ ਤਿਆਰ ਹਾਂ, ਪਰ ਫਿਰ ਅਰਜ਼ ਹੈ ਕਿ ਬੇਗੁਨਾਹ ਬੱਚੇ ਨੂੰ ਕੁਝ ਨਾ ਕਿਹਾ ਜਾਵੇ। ਨੂਰਦੀਨ ਭੜਕਿਆ, ਕਿਸੇ ਸਿੱਖ ਦੇ ਪੁੱਤਰ ਉੱਤੇ ਰਹਿਮ, ਫਿਰ ਮਤਾਬ ਸਿੰਘ ਦੇ ਪੁੱਤਰ ਉੱਤੇ ਰਹਿਮ। ਤੈਨੂੰ ਆਪਣੀ ਜ਼ਿੰਦਗੀ ਦੀ ਲੋੜ ਹੈ ਕਿ ਨਹੀਂ। ਖਬਰਦਾਰ ਜੇ ਮੁੜ ਕੇ ਇਹ ਗੱਲ ਮੂੰਹੋਂ ਕੱਢੀ, ਛੇਤੀ ਲਿਆ ਕੇ ਹਾਜ਼ਰ ਕਰ ਜੇ ਆਪਣੀ ਖੈਰ ਚਾਹੁੰਦਾ। ਚੌਧਰੀ ਨੱਥਾ ਖਹਿਰਾ ਸਿਆਣਾ ਸੀ, ਕੁਝ ਨਹੀਂ ਬੋਲਿਆ, ਨੀਵੀਂ ਪਾਈ ਤੁਰ ਗਿਆ। ਘਰ ਜਾ ਕੇ ਸਾਰੀ ਗੱਲ ਆਪਣੇ ਪੁੱਤ ਨੂੰ ਕਹਿ ਸੁਣਾਈ। ਪਲ ਕੁ ਰੁਕ ਕੇ ਨਾਲ ਹੀ ਕਿਹਾ, ਪੁੱਤਰਾ, ਬਾਂਹ ਫੜੀ ਦੀ ਲਾਜ ਕਿਵੇਂ ਨਿਭਾਈਦੀ ਹੈ, ਇਹ ਸਬਕ ਦ੍ਰਿੜ ਕਰਾਉਣ ਲਈ ਗੁਰੂ ਤੇਗ ਬਹਾਦਰ ਜੀ ਆਪ ਚੱਲ ਕੇ ਦਿੱਲੀ ਗਏ। ਜਾਬਰ ਬਾਦਸ਼ਾਹ ਨੂੰ ਕਿਹਾ ਸੀ ਕਿ ਮਜ਼ਲੂਮ ਅਤੇ ਬਾਲਹੀਨ ਹਿੰਦੂਆਂ ਦੀ ਬਾਂਹ ਮੈਂ ਫੜੀ ਹੈ। ਬਾਂਹ ਨਹੀਂ ਸੀ ਛੱਡੀ, ਸ਼ਹੀਦੀ ਪਾ ਗਏ ਸਨ। ਪੁੱਤਰ ਸੋਚ, ਸਾਨੂੰ ਹੁਣ ਬਾਂਹ ਫੜੀ ਦੀ ਲਾਜ ਪਾਲਣੀ ਚਾਹੀਦੀ ਹੈ ਜਾਂ ਨਹੀਂ। ਲਿਖਿਆਂ ਸਦਾ ਲਈ ਅਣਖ ਨੂੰ ਦਾਗ ਲੱਗ ਜਾਵੇਗਾ। ਪੁੱਤਰ ਨੇ ਦ੍ਰਿੜ ਭਰੋਸੇ ਨਾਲ ਕਿਹਾ, ਪਿਤਾ ਜੀ, ਰਾਏ ਸਿੰਘ ਹਰ ਕੀਮਤ ਤੇ ਬਚਣਾ ਚਾਹੀਦਾ ਹੈ। ਉਸ ਦੀ ਜ਼ਿੰਦਗੀ ਬਚਾਉਣ ਖਾਤਰ ਅਸੀਂ ਆਪਣੀਆਂ ਜਾਨਾਂ ਕੁਰਬਾਨ ਕਰ ਦਿਆਂਗੇ, ਪਰਵਾਹ ਨਾ ਕਰੋ, ਸਿਰ ਹਾਜ਼ਰ ਹੈ। ਚੌਧਰੀ ਨੱਥਾ ਰਾਏ ਸਿੰਘ ਨੂੰ ਬਚਾਉਣ ਲਈ ਪਿੰਡੋਂ ਲੈ ਨੱਸਿਆ। ਉਸ ਵੇਲੇ ਘਰ ਵਿੱਚ ਚੌਧਰੀ ਨੱਥਾ, ਉਸਦਾ ਪੁੱਤਰ, ਉਸਦਾ ਭਣੇਵਾਂ, ਇੱਕ ਕਾਮਾ ਮਜ਼੍ਹਬੀ ਸਿੰਘ ਅਤੇ ਇੱਕ ਬਰਵਾਲਾ ਮੌਜੂਦ ਸਨ। ਸਾਰਿਆਂ ਨੇ ਜੋ ਹਥਿਆਰ ਹੱਥ ਆਇਆ ਲੈ ਕੇ ਪਿੰਡੋਂ ਨਿਕਲ ਕੇ ਪਿੰਡ ਕਮੋਆਂ ਵਾਲੇ ਪਾਸੇ ਭੱਜਣ ਦੀ ਕੀਤੀ। ਕੁਝ ਦੇਰ ਤੱਕ ਜਦ ਨੱਥਾ ਨੰਬਰਦਾਰ ਨਾ ਪਰਤਿਆ ਤਾਂ ਨੂਰਦੀਨ ਨੂੰ ਕੁਝ ਸ਼ੱਕ ਜਿਹਾ ਪਿਆ। ਪਰ ਛੇਤੀ ਹੀ ਹਰਭਜਨ ਨਿਰੰਜਨੀਏ ਨੇ ਆ ਕੇ ਦੱਸਿਆ ਕਿ ਚੌਧਰੀ ਨੱਥਾ ਰਾਏ ਸਿੰਘ ਨੂੰ ਲੈ ਕੇ ਪਿੰਡ ਕਮੋਆਂ ਵੱਲ ਨੱਸ ਗਿਆ ਹੈ। ਚੌਧਰੀ ਨੱਥੇ ਦੀ ਸ਼ਹੀਦੀ। ਨੂਰਦੀਨ ਫੌਜ ਲੈ ਕੇ ਮਗਰੇ ਪਿਆ ਅਤੇ ਚੌਧਰੀ ਨੱਥੇ ਨੂੰ ਪਿੰਡ ਕਮੋਆਂ ਦੇ ਰਾਹ ਵਿੱਚ ਪਿੰਡੋਂ ਬਾਹਰ ਜਾ ਘੇਰਿਆ। ਨੱਥੇ ਨੇ ਫੌਜ ਆਉਂਦੀ ਵੇਖ ਕੇ ਆਪਣੇ ਪੁੱਤਰ ਨੂੰ ਆਖਿਆ ਕਿ ਤੂੰ ਰਾਏ ਸਿੰਘ ਨੂੰ ਲੈ ਕੇ ਨੱਸ ਜਾ ਅਤੇ ਮੈਂ ਫੌਜ ਨਾਲ ਇਕੱਲਾ ਹੀ ਟੱਕਰਾਂਗਾ। ਪਰ ਪੁੱਤ ਪਿਤਾ ਨੂੰ ਛੱਡ ਕੇ ਜਾਣਾ ਨਾ ਮੰਨਿਆ। ਇੰਨੇ ਨੂੰ ਨੂਰਦੀਨ ਦੀ ਫੌਜ ਆ ਪਹੁੰਚੀ। ਚੌਧਰੀ ਨੱਥਾ ਬੜਾ ਨਿਪੁੰਨ ਤੀਰਅੰਦਾਜ਼ ਸੀ। ਜਿੰਨਾ ਚਿਰ ਉਸਦੇ ਭੱਥੇ 'ਚੋਂ ਤੀਰ ਮੁੱਕ ਨਹੀਂ ਗਏ, ਉਸਨੇ ਕਿਸੇ ਨੂੰ ਲਾਗੇ ਨਾ ਢੁੱਕਣ ਦਿੱਤਾ। ਫਿਰ ਉਸਨੇ ਤਲਵਾਰ ਧੂ ਲਈ। ਫੌਜ ਨੇ ਤੀਰ ਮੁੱਕੇ ਵੇਖ ਕੇ ਚੁਫੇਰਿਓਂ ਹੱਲਾ ਬੋਲ ਦਿੱਤਾ। ਚੌਧਰੀ ਨੱਥੇ ਨੇ ਬੜੇ ਸੋਹਣੇ ਹੱਥ ਵਿਖਾਏ ਅਤੇ ਕਈਆਂ ਨੂੰ ਮਾਰ ਕੇ ਸ਼ਹੀਦ ਹੋ ਗਿਆ।
ਉਸ ਦਾ ਭਣੇਵਾ ਕਿਵੇਂ ਨਾ ਕਿਵੇਂ ਜੰਗਲ ਵਿੱਚ ਲੁਕ ਕੇ ਜਾਨ ਬਚਾ ਗਿਆ। ਬਾਕੀ ਤਿੰਨੇ ਨੱਥੇ ਦਾ ਪੁੱਤਰ ਮਜ਼੍ਹਬੀ ਸਿੰਘ ਅਤੇ ਬਰਵਾਲਾ ਫੌਜ ਨਾਲ ਮੱਥਾ ਜੋੜ ਕੇ ਮਰਦਾਂ ਵਾਂਗ ਲੜੇ ਅਤੇ ਸ਼ਹੀਦੀਆਂ ਪਾ ਗਏ। ਰਾਏ ਸਿੰਘ ਬੁਰੀ ਤਰ੍ਹਾਂ ਘਾਇਲ ਪਰ ਬਚ ਗਿਆ। ਚੁਫੇਰੇ ਲਾਸ਼ਾਂ ਖਿਲਰੀਆਂ ਪਈਆਂ ਸਨ। ਹੁਣ ਵਾਰੀ ਆਈ ਰਾਏ ਸਿੰਘ ਦੀ। ਉਹ ਤਾਇਆ ਜੀ ਕਰਦਾ ਹੋਇਆ ਚੌਧਰੀ ਨੱਥੇ ਦੀਆਂ ਲੱਤਾਂ ਨਾਲ ਚਿੰਬੜਿਆ ਪਿਆ ਸੀ। ਉਹ ਉਸ ਨੂੰ ਉਠਾਉਣ ਦਾ ਯਤਨ ਕਰ ਰਿਹਾ ਸੀ। ਬੇਰਹਿਮ ਸਿਪਾਹੀਆਂ ਨੇ ਉਸ ਨਿਰਦੋਸ਼ ਬੱਚੇ ਉੱਤੇ 3 ਵਾਰ ਤਲਵਾਰ ਤੇ ਕੀਤੇ। ਬੱਚਾ ਮੂਧੇ ਮੂੰਹ ਪਿਆ ਹੋਇਆ ਸੀ। ਤਲਵਾਰ ਦੇ ਪਹਿਲੇ ਵਾਰ ਨਾਲ ਪਿਛਲੇ ਪਾਸਿਓਂ ਧੌਣ ਵੱਢੀ ਗਈ, ਪਰ ਸ਼ਾਹ ਰਗ ਬਚ ਗਈ। ਦੂਜੇ ਨਾਲ ਗਲ ਦੀ ਹੱਡੀ ਭਾਵ ਹੰਸਲੀ ਕੱਟੀ ਗਈ ਅਤੇ ਤੀਜੀ ਵਾਰ ਮੋਢਾ ਚੀਰ ਕੇ ਨਿਕਲ ਗਿਆ। ਨਿਰਦਈ ਵੈਰੀ ਬੱਚੇ ਨੂੰ ਮਰ ਗਿਆ ਜਾਣ ਕੇ ਉੱਥੇ ਪਿਆ ਛੱਡ ਗਏ। ਜਿਸ ਨੂੰ ਮਾਲਕ ਰੱਖੇ ਉਸ ਨੂੰ ਕੌਣ ਮਾਰ ਸਕਦਾ ਹੈ? ਰਾਏ ਸਿੰਘ ਸਹਿਕਦਾ ਪਿਆ ਸੀ। ਜਾਂ ਪਿਛਲੇ ਪਹਿਰ ਇੱਕ ਕੰਬੋਣੀ ਔਰਤ ਸ਼ਹਿਰੋਂ ਸਾਗ ਵੇਚ ਕੇ ਪਰਤੀ ਅਤੇ ਉੱਥੋਂ ਲੰਘਦੀ ਨੇ ਖਿਲਰੀਆਂ ਪਈਆਂ ਲੋਥਾਂ ਵਿੱਚ ਇੱਕ ਛੋਟੇ ਜਿਹੇ ਬੱਚੇ ਨੂੰ ਬੁਰੀ ਤਰ੍ਹਾਂ ਘਾਇਲ ਅਤੇ ਖੂਨ ਵਿੱਚ ਲੱਥਪੱਥ ਪਰ ਅਜੇ ਜਿਉਂਦੇ ਨੂੰ ਵੇਖ ਕੇ ਆਪਣੀ ਖਾਰੀ ਵਿੱਚ ਰੱਖ ਕੇ ਸਿਰ ਤੇ ਚੁੱਕ ਲਿਆ ਅਤੇ ਪਿੰਡ ਰੁਡਾਲੇ, ਜਿੱਥੇ ਸਰਦਾਰ ਮਤਾਬ ਸਿੰਘ ਦੀ ਤਾਈ ਰਹਿੰਦੀ ਸੀ, ਉਸ ਪਾਸ ਲੈ ਆਈ। ਇੱਕ ਦਰਦਮੰਦ ਫੱਟਬੰਦ ਨੇ ਜ਼ਖਮ ਸਿਉਂ ਦਿੱਤੇ, ਚੰਗੀ ਸੇਵਾ ਕੀਤੀ ਅਤੇ ਇਸ ਬਿਧ ਰਾਏ ਸਿੰਘ ਬਚ ਗਿਆ। ਰਾਏ ਸਿੰਘ ਜਵਾਨ ਹੋ ਕੇ ਸਰਦਾਰ ਸ਼ਾਮ ਸਿੰਘ ਨਾਰਲੇ ਵਾਲਾ, ਜੋ ਕਰੋੜ ਸਿੰਘੀਆਂ ਮਿਸਲ ਦਾ ਜਥੇਦਾਰ ਸੀ, ਦੇ ਜਥੇ ਵਿੱਚ ਸ਼ਾਮਿਲ ਹੋ ਗਿਆ। ਉਸਨੇ ਆਪਣੇ ਬਾਪ ਵਾਂਗ ਆਪਣੀ ਬਹਾਦਰੀ ਦੇ ਖੂਬ ਜੌਹਰ ਵਿਖਾਏ। ਸਰਦਾਰ ਸ਼ਾਮ ਸਿੰਘ ਦੀ ਲੜਕੀ ਨਾਲ ਹੀ ਇਸ ਦਾ ਆਨੰਦ ਕਾਰਜ ਹੋਇਆ। ਸਰਦਾਰ ਰਾਏ ਸਿੰਘ ਦਾ ਅੱਗੇ ਪੁੱਤਰ ਸਰਦਾਰ ਰਤਨ ਸਿੰਘ ਭੰਗੂ ਹੋਇਆ ਹੈ, ਜਿਸ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕੀਤੀ ਹੈ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦੇ 293 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।